नमस्कार, रोशन बाबू सिटी हलचल में आप सभी का स्वागत है और मैं हूं अमित रोशन। और सबसे पहले आपसे बात करते हैं किसानी आंदोलन को लेकर। संयुक्त किसान मोर्चा द्वारा आंदोलन का आह्वान किया गया था, प्रदर्शन का आह्वान किया गया था 8 जुलाई को और इसका असर ट्राई सिटी में देखने को मिला। सबसे पहले बात करते हैं चंडीगढ़ की। तो चंडीगढ़ में कुछ गाँवों के लोगों ने प्रदर्शन किया है। यह प्रदर्शन रोड्स पर किया गया, लेकिन रोड जाम नहीं किए गए। रोड्स के साइड में वाहनों को लगाया गया और हॉर्न बजाकर दर्शाया गया कि गूंगी बहरी सरकार तक उनकी आवाज़ किस तरह से पहुंचे। संयुक्त किसान मोर्चा ने पहले ही ऐलान किया था कि वह बढ़ती महंगाई पर सड़कों पर प्रदर्शन करने उतरेंगे, जिसमें चंडीगढ़ के गांव के लोग भी समर्थन में उतरे। इनमें रायपुर खुर्द, रायपुर कलां, मक्खन माजरा के गांवों के लोगों ने बढ़ती महंगाई को लेकर प्रदर्शन किया। इन गांवों के लोगों का कहना था कि महंगाई ने आम लोगों के जीवन दुभर कर दिया है। पेट्रोल, डीजल और रसोई गैस के दाम जिस तरह से दिन प्रतिदिन बढ़ रहे हैं, उससे आम आदमी पर इसका बुरा प्रभाव पड़ रहा है। मोदी सरकार हर मोर्चे पर फेल है। इन लोगों ने इस महंगाई को लेकर सरकार को पूर्णतः जिम्मेदार बताया है और कहा है कि मोदी सरकार ने पहले किसानों को सड़कों पर उतरने को मजबूर कर दिया, अब आम लोगों को सड़कों पर उतरने के लिए मजबूर किया जा रहा है। इस प्रदर्शन में न सिर्फ युवा बल्कि बुजुर्ग भी शामिल हुए, जिनका कहना था कि यह लोगों की सरकार नहीं बल्कि कारपोरेट सरकार है और यह सरकार उनकी हिदायतों पर ही चल रही है। ਸਾਨੂੰ ਤਾਂ ਵੈਸੇ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਸੀਗਾ ਜਦੋਂ ਇਸਨੇ 2000 ਦਾ ਨੋਟ ਚਲਾਇਆ ਸੀਗਾ। ਕਹਿੰਦਾ ਸੀਗਾ ਕਰਪਸ਼ਨ ਖਤਮ ਕਰ ਦਾਂਗੇ, ਕੁਝ ਵੀ ਨਹੀਂ ਸਮਾਂ ਕਰਪਸ਼ਨ ਵੱਧ ਗਈ। ਅੱਜ 2000 ਦਾ ਨੋਟ ਅਸੀਂ ਜੇਬ 'ਚ ਪਾ ਕੇ ਚੱਲਦੇ ਹਾਂ ਤਾਂ ਸਾਨੂੰ ਆਪਣੀ ਜੇਬ 'ਚ ਦਮ ਨਹੀਂ ਲੱਗਦਾ। ਇੱਕ ਆਮ ਜੋ ਸਾਡੇ ਇੱਥੇ ਬਿਹਾਰ ਤੋਂ ਯੂਪੀ ਤੋਂ ਆ ਕੇ ਆਪਣਾ ਰਹਿ ਰਹੇ ਹੈ ਤਾਂ ਉਹਨਾਂ ਨੂੰ ਦੇਖੋ ਕਿ 300 ਰੁਪਿਆ ਦਿਹਾੜੀ ਹੈ ਉਹਨਾਂ ਦੀ, ਤਾਂ 300 ਦਿਹਾੜੀ 'ਚੋਂ ਉਹ ਕਿਆ ਉਹ ਸਿਲੰਡਰ ਭਰਾ ਲੈਣਗੇ, ਕੀ ਉਹ ਕਿਰਾਇਆ ਦੇ ਦੇਣਗੇ, ਕੀ ਉਹ ਖਾ ਲੈਣਗੇ, ਕੀ ਉਹ ਬੱਚਿਆਂ ਨੂੰ ਪੜ੍ਹਾ ਲੈਣਗੇ, ਕੀ ਉਹ ਟਿਊਸ਼ਨਾਂ ਫੀਸਾਂ ਦੇਣਗੇ। ਕਿਉਂਕਿ ਅੱਜ ਕੱਲ੍ਹ ਹੁਣ ਸਕੂਲ ਤਾਂ ਪਏ ਆ ਬੰਦ, ਹੁਣ ਟਿਊਸ਼ਨਾਂ 'ਤੇ ਹੀ ਰਹਿ ਗਏ ਬੱਚੇ। ਅਗਰ ਟਿਊਸ਼ਨ ਨਹੀਂ ਭੇਜਦੇ ਤਾਂ ਬੱਚਿਆਂ ਦਾ ਬਿਲਕੁਲ ਠੱਪ ਹੈ ਸਭ ਕੁਝ, ਤਾਂ ਕੁਝ ਵੀ ਨਹੀਂ ਰਿਹਾ। ਇਹਨਾਂ ਨੇ ਗਰੀਬ ਵਿਚਲੇ ਬੰਦੇ, ਮੱਧੇ ਮਾਰਗ, ਮਿਡਲ ਕਲਾਸ ਔਰ ਨੀਚੇ ਵਾਲੀ ਕਲਾਸ ਬਿਲकुल ਟੋਟਲੀ ਖਤਮ ਕਰਤੀ। ਇਹ ਤਾਂ ਬਸ ਉੱਪਰਲਿਆਂ ਵਾਸਤੇ ਰਹਿ ਗਏ। ਬਸ ਜੋ ਜਿਨ੍ਹਾਂ ਦੀ ਜੇਬਾਂ 'ਚ ਭਾਰੀ ਪੈਸਾ ਹੈ, ਸਭ ਕੁਛ ਹੈ, ਉਹਦੇ ਲਈ ਕੋਈ ਕੰਮ ਜਿਹੜਾ ਮਰਜ਼ੀ ਕੰਮ ਲੈ ਕੇ ਚਲੇ ਜਾਵੇ ਸਰਕਾਰਾਂ ਕੋਲ, ਉਹ ਸਭ ਸਿੱਧੇ ਨੇ। ਕੋਈ ਪੁੱਠਾ ਕੰਮ ਨਹੀਂ ਹੈ। ਕਿੱਥੇ ਅਗਲਾ ਖਿਲਾਏਗਾ ਪੈਸੇ, ਕਿਆ ਕਰੇਗਾ, ਮੈਨੂੰ ਨਹੀਂ ਸਮਝ ਆ ਰਹੀ ਇਹ ਕਿੱਥੇ ਜਾ ਕੇ ਰੁਕੇਗੀ। 100 ਰੁਪਿਆ ਤੇਲ, 100 ਰੁਪਏ ਤੇਲ ਤੱਕ ਬੰਦਾ ਕਿਆ ਖਾਊਗਾ, ਕਿਆ ਨਚੋੜੂਗਾ, ਕਿਆ ਪਾਊਗਾ। ਵਾਸਤੇ ਬਹੁਤ ਮੁਸ਼ਕਿਲ ਹੈ ਜੀ। ਮੈਂ ਲੇਡੀ ਘਰ ਦੀ ਇਕੱਲੀ ਹਾਂ, ਮੈਨੂੰ ਪਤਾ ਹੈ। ਮੈਂ ਘਰ 'ਚੋਂ ਕੁਛ ਲੈ ਕੇ ਆਉਂਦੇ ਆ, ਕੁਛ 2000 ਰੁਪਇਆ ਲੈ ਕੇ ਜਾਈਦਾ ਹੁੰਦਾ ਵੀ ਚਲੋ ਥੋੜਾ ਬਹੁਤਾ ਕੁਛ ਲੈ ਕੇ ਆਉਂਦੇ ਆ ਵੀ ਇੰਨਾ ਕੁਛ ਆ ਜਾਊਗਾ। 90 ਰੁਪਏ 80 ਰੁਪਏ ਕਿਲੋ ਦਾਲ ਹੋ ਗਈ, 900 ਰੁਪਏ ਸਿਲੰਡਰ ਹੋ ਗਿਆ, 100 ਰੁਪਏ ਤੇਲ ਹੋ ਗਿਆ। ਅਸੀਂ ਤਾਂ ਨਿਕਲੇ ਬਸ ਹੁਣ ਤਾਂ ਇੰਜਾ ਵੀ ਆਪਣਾ ਸਿੰਪਲ ਗੱਠੇ ਤੇ ਰੋਟੀ ਨਾ ਖਾਓ, ਅੰਨ ਆਪਣਾ ਤੇ ਆਪਣਾ ਘਰ ਬੈਠੇ ਰਹੋ। ਬਸ ਹੁਣ ਤਾਂ ਇਹੀ ਹੋ ਗਿਆ ਵੀ ਘਰ ਬੈਠੋ। ਇੰਨਾ ਮਹਿੰਗਾਈ ਨੇ ਮਾਰ ਮਾਰਤੀ ਕਿ ਲੋਕਾਂ ਦਾ ਬੇਰੋਜ਼ਗਾਰ ਹੋ ਗਏ ਲੋਕ, ठीक है। अंदर बैठ के सारे कारोबार ठप हो गए, दिहाड़ियां नूं दिहाड़ी दा मिले नहीं, जो कामे ठप हो गए, कारोबार बंद हो गए, साडे सारे काम बंद पे हैं जी। ये पहली सरकार है शायद हिंदुस्तान के देश की बदकिस्मती है कि इन्ना अनफिट प्रधानमंत्री ते इन्नी अनफिट सरकार जिहड़ी पूਰਨ ਦੇ तौर ਤੇ ਲੋਕਾਂ ਨਾਲ ਜਿਸ ਦਾ ਕੋਈ ਸੰਬੰਧ ਨਾ ਹੋਵੇ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਦੀ ਸਰਕਾਰ ਨਹੀਂ ਹੈ। ਇਹ ਕਾਰਪੋਰੇਟ ਘਰਾਣੇ ਹੈ, ਇਹ ਬਹੁ ਕੌਮੀ ਕੰਪਨੀਆਂ ਹੈ, ਇਹ ਉਹ ਜਿਹੜੀ ਕੌਮਾਂਤਰੀ ਮੁਦਰਾ ਕੋਸ਼ ਹੈ, ਵਰਲਡ ਬੈਂਕ ਹੈ, ਉਹਦੀਆਂ ਹਦਾਇਤਾਂ ਦੇ ਅਨੁਸਾਰ ਇਹ ਚੱਲ ਰਹੇ ਆ। ਇਹਨਾਂ ਦੀਆਂ ਜਿਨ੍ਹਾਂ ਦੀਆਂ ਹਦਾਇਤਾਂ ਇਹ ਹੈ ਕਿ ਤੁਸੀਂ ਦੇਸ਼ ਦੇ ਵਿੱਚ ਕਿਸੇ ਨੂੰ ਸਬਸਿਡੀ ਕਿਉਂ ਦਿਓ, ਤੁਸੀਂ ਸਮਰਥਨ ਮੁੱਲ ਕਿਉਂ ਦਿਓ, ਅਤੇ ਤੁਹਾਨੂੰ ਕੀ ਲੋੜ ਹੈ ਕਿ ਮੰਡੀਕਰਨ ਬੋਰਡ ਹੋਵੇ, ਤੁਸੀਂ ਕਿਉਂ ਹਸਪਤਾਲਾਂ 'ਤੇ ਖਰਚੇ ਕਰਨ। ਜੇ ਲੋਕਾਂ ਨੇ ਇਲਾਜ ਕਰਵਾਉਣਾ ਹੈ ਤਾਂ ਆਪੇ ਲੋਕੀ ਜਾਣ, ਤੁਸੀਂ ਕਿਉਂ ਐਜੂਕੇਸ਼ਨ 'ਤੇ ਖਰਚੇ ਕਰੋ। ਜਿਹਨੇ ਆਪਣਾ ਬੱਚਾ ਪੜ੍ਹਾਉਣਾ ਆਪੇ ਭਾਵਾਂ ਕੌਨਵੈਂਟ ਸਕੂਲਾਂ 'ਚ ਪੜ੍ਹਾ ਲੇ, ਭਾਵਾਂ ਤਪੜਾਂ 'ਤੇ ਬੈਠ ਕੇ ਪੜ੍ਹਾਉਣਗੇ, ਤੁਸੀਂ ਇਹ ਖਰਚੇ ਕਰੋ। ਉਹਨਾਂ ਹਦਾਇਤਾਂ ਦੇ ਅਨੁਸਾਰ ਇਹ ਚੱਲ ਰਹੇ ਆ। ਇਸ ਵਾਸਤੇ ਪਹਿਲੀ ਸਰਕਾਰ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ 'ਚ ਸਭ ਤੋਂ ਮਾੜੀ ਸਰਕਾਰ ਲੋਕਾਂ ਲਈ ਮੋਦੀ ਦੀ ਆਈ ਹੈ, ਜਿਹਦੇ ਖਿਲਾਫ ਲੜਾਈ ਹੈ। देखो जी, किसान तो देखो
ਇਹ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਕਾਲ ਸੀ। ਜਿਹੜਾ ਡੀਜ਼ਲ ਪੈਟਰੋਲ ਰਸੋਈ ਗੈਸ ਇੰਨਾ ਮਹਿੰਗਾ ਕਰ ਦਿੱਤਾ ਕਿ ਅੱਜ ਸਾਰੇ ਅਸੀਂ ਸੜਕਾਂ ਤੇ ਤਾਂ ਉਤਰੇ ਹਾਂ। ਅੱਜ ਉਹਨਾਂ ਦੀ ਕਾਲ ਤੇ ਸਾਡੀ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਪਿੰਡਾਂ ਦੀ ਕਮੇਟੀ ਹੈ। ਅਸੀਂ 5 ਪਿੰਡ ਇੱਥੇ ਤੋਂ ਇਕੱਠੇ ਹੋ ਕੇ ਰਾਏਪੁਰ ਕਲਾਂ, ਰਾਏਪੁਰ ਖੁਰਦ, ਮੱਖਣ ਮਾਜਰਾ, ਉਹ ਸਾਰਾ ਬਹਿਲਾਣਾ, ਉਹ ਸਾਰੇ ਇਕੱਠੇ ਹੋ ਕੇ ਅਸੀਂ ਅੱਜ ਇੱਥੇ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਅਸੀਂ ਕੰਨ ਖੋਲ੍ਹਣੇ ਚਾਹੁੰਦੇ ਹਾਂ ਵੀ ਇਹ ਮਹਿੰਗਾਈ ਦੀ ਮਾਰ ਨੂੰ ਹਰ ਬੰਦਾ ਜਾਣ ਗਿਆ ਹੈ। ਅਸੀਂ ਹੁਣ ਸੜਕਾਂ ਤੇ ਉਤਰੇ ਹੋਏ ਹਾਂ। ਕੰਨ ਤਾਂ ਖੋਲ੍ਹਣੇ ਚਾਹੀਦੇ ਸੀਗੇ, ਮੋਦੀ ਤਾਂ ਜਦੇ ਖੁੱਲ ਜਾਂਦੇ ਅੱਜ ਤੋਂ 7 ਮਹੀਨੇ ਪਹਿਲਾਂ। ਮੋਦੀ ਜਦੋਂ ਤੱਕ ਖੁੱਲੇ ਨਹੀਂ, ਹੁਣ ਕੀ ਖੁੱਲਣਗੇ? ਮੋਦੀ ਨੂੰ ਇਹ ਹੈ ਨਾ ਕਿ 24 ਤੱਕ ਮੇਰੀ ਸਰਕਾਰ ਹੈ, ਜਦ ਤੱਕ ਅਸੀਂ ਆਰਾਮ ਨਾਲ ਬੈਠੇ ਹਾਂ ਤਾਂ ਉਸ ਤੋਂ ਬਾਅਦ ਹੀ ਜੋ ਹੋਣਾ। ਪਰ ਕਿਸਾਨ ਵੀ ਉਸ ਟਾਈਮ ਤੱਕ ਡਟਾ ਬੈਠੇ ਅਤੇ ਦੇਖੋ ਤੁਸੀਂ 8 ਮਹੀਨੇ ਹੋਣ ਨੂੰ ਹੋ ਗਏ, ਉਸ ਤੋਂ ਪਹਿਲਾਂ ਕਿੰਨੀਆਂ ਮੀਟਿੰਗ ਹੋਈਆਂ, ਉਸ ਤੋਂ ਬਾਅਦ ਡੈਡਲੌਕ ਬਣਿਆ ਹੋਇਆ, ਇਹ ਟੁੱਟਣ ਦਾ ਨਾਮ ਨਹੀਂ ਲੈ ਰਿਹਾ। ਇਹ ਕਿਉਂਕਿ ਉਹਨਾਂ ਨੂੰ ਪਤਾ ਹੈ, ਉਹ ਕਹਿ ਰਹੇ ਆ ਵੀ ਵਿੱਚ ਇਹਨਾਂ ਦੇ ਸੋਧ ਕਰਵਾ ਲਓ। ਕਿਸਾਨ ਸੋਧ ਲਈ ਤਿਆਰ ਨਹੀਂ ਹੈ, ਉਹ ਸੋਧ ਕਰਨ ਲਈ ਤਿਆਰ ਨਹੀਂ ਹੈ। ਕਿਸਾਨ ਕਹਿ ਰਿਹਾ ਵੀ ਅਸੀਂ ਸੋਧ ਨਹੀਂ ਕਰਵਾਉਣੀ, ਉਹ ਕਹਿ ਰਹੇ ਸੋਧ ਕਰਵਾਓ। ਸਾਡਾ ਇੱਕੋ ਹੀ ਇੱਕ ਮਕਸਦ ਹੈ ਕਿ ਅਸੀਂ ਇਹ ਤਿੰਨੋਂ ਕਾਲੇ ਕਾਨੂੰਨ ਇਹ ਰੱਦ ਕਰਵਾ ਕੇ ਆਪਣੇ ਘਰਾਂ ਨੂੰ ਵਾਪਸ ਆਵਾਂਗੇ। ਕਿਸਾਨ ਤਾਂ ਜਾਗਰੂਕ ਹੋ ਗਿਆ ਹੈ। ਕਿਸਾਨ ਜਾਗਰੂਕ ਹੋਣ ਨਾਲ ਹਰ ਵਰਗ ਜਾਗਰੂਕ ਹੋ ਰਿਹਾ ਹੈ। ਜਿਹੜੀ ਇਹ ਮਹਿੰਗਾਈ ਤੁਸੀਂ ਦੇਖੋ, ਅਸੀਂ ਤਾਂ ਇੱਥੇ ਪਿੰਡਾਂ ਦੇ ਲੋਕ ਪਹਿਲਾਂ ਹੀ ਨੁਕਸਾਨ, ਕਰੋਨਾ ਦੀ ਆੜ ਦੇ ਵਿੱਚ ਇਹ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਲਿਆਂਦੇ। ਇੱਕ ਹੋਰ ਤੁਸੀਂ ਪਿਛਲੇ ਸਾਲ ਅਜੇ ਤਾਂ ਢਾਬੇ ਵਾਲਿਆਂ ਦੇ ਵੀ ਮਾਰ ਪੈਣੀ ਹੈ, ਉਹਨਾਂ ਨੂੰ ਵੀ ਨਹੀਂ ਪਤਾ। ਇਹ 2020 ਵਿੱਚ ਜੂਨ ਵਿੱਚ ਇੱਕ ਲੈ ਕੇ ਆਏ ਹੈ ਕਿ ਜਿਹੜੇ GT ਰੋਡ ਤੇ ਢਾਬੇ ਆ ਇਹ ਸਾਰੇ ਖਤਮ ਕੀਤੇ ਜਾਣਗੇ। ਤਾਂ ਉਹ ਢਾਬੇ ਵਾਲੇ ਕਿੱਥੇ ਜਾਣਗੇ? ਇੱਕ ਕੋਈ ਡਰਾਈਵਰ ਵਿਚਾਰਾ ਗੱਡੀ ਲੈ ਕੇ ਜਾ ਰਿਹਾ, ਆਮ ਬੰਦਾ ਜਿਹੜਾ 10 ਰੁਪਏ ਦੀ ਚਾਹ ਪੀ ਲੈਂਦਾ ਸੀ, ਉਹ 25, 30, 50, 100 ਰੁਪਏ ਦੀ ਚਾਹ ਕਿਸ ਤਰ੍ਹਾਂ ਪੀਵੇਗਾ? ਮਹਿੰਗਾਈ ਨੇ ਤਾਂ ਦੇਖੋ ਵਧਣਾ ਹੀ ਹੈ। ਸਰਕਾਰਾਂ ਦਾ ਇਹ ਹੁਣ ਮੈਂ ਇੱਕ ਹਟ ਕੇ ਗੱਲ ਸਿੱਖਿਆ ਦੀ ਵੀ ਕਰ ਲਵਾਂ। ਇਹ ਸਿੱਖਿਆ ਦੇ ਖੇਤਰ 'ਚ ਵੀ ਸਾਡਾ ਨੁਕਸਾਨ ਕਰ ਰਹੇ ਹੈ। 6ਵੀਂ ਕਲਾਸ ਤੋਂ ਬਾਅਦ ਸਿਰਫ ਮਤਲਬ ਕਾਰੋਬਾਰ ਲਈ ਉਹ ਬਸ ਉਹੀ ਆਪਣੀ ਪੜ੍ਹਾਈ ਕਰਨੀ ਹੈ। ਦੂਜੇ ਲਈ ਆਮ ਲੋਕ ਹੈ ਜਿਹੜੇ ਉਹਨਾਂ ਨੂੰ ਬਿਲਕੁਲ ਦਬਾਇਆ ਜਾ ਰਿਹਾ ਹੈ ਕਿ ਫਿਰ ਇਹ ਪੜ੍ਹ ਕੇ ਬੱਚੇ ਕੀ ਕਰਨਗੇ? ਅਡਾਨੀ ਅਵਾਨੀਆਂ ਦੇ ਉੱਥੇ ਇਹਨਾਂ ਨੇ ਨੌਕਰੀਆਂ ਕਰਨੀਆਂ। ਇਹੀ ਸਰਕਾਰ ਸੋਚ ਰਹੀ ਹੈ। ਇਹ ਸਰਕਾਰ ਅਡਾਨੀ ਅਵਾਨੀਆਂ ਦੇ ਉੱਤੇ ਚੱਲ ਰਹੀ ਹੈ, ਉਹਨਾਂ ਦੀ ਹੋਈ ਸਰਕਾਰ ਹੈ। ਪਰ ਅਸੀਂ ਇਸ ਮਹਿੰਗਾਈ ਦੇ ਪਿੱਛੇ ਜਦੋਂ ਤੱਕ ਇਹ ਮਹਿੰਗਾਈ ਨੂੰ ਘੱਟ ਨਹੀਂ ਕਰਦੇ ਅਸੀਂ ਲੜਦੇ ਰਵਾਂਗੇ। ਇਸ ਤਰ੍ਹਾਂ ਹੀ ਅਸੀਂ ਸੜਕਾਂ ਤੇ ਉਤਰਾਂਗੇ, ਧਰਨੇ ਲਾਉਂਦੇ। ਪੇਂਡੂ ਸੰਘਰਸ਼ ਕਮੇਟੀ ਪਿੰਡ ਰਾਏਪੁਰ ਕਲਾਂ, ਮੱਖਣ ਮਾਜਰਾ, ਮੌਲੀ ਜਾਗਰਾਂ, ਦੜੀਆ, ਰਾਏਪੁਰ ਖੁਰਦ, ਬਹਿਲਾਣਾ, ਹੱਲੋ ਮਜਰਾ, ਇਹ ਸਾਰੇ ਜਣੇ ਇੱਥੇ ਇਕੱਠੇ ਹੋ ਕੇ ਇਹ ਮਹਿੰਗਾਈ ਜਿਹੜੀ ਕਿ ਲੋਕਾਂ ਨੂੰ ਮਾਰਨ ਤੇ ਲੱਗੀ ਹੋਈ ਹੈ, ਇਹਦੇ ਖਿਲਾਫ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਉਂਕਿ ਇਹ ਜਿਹੜੀਆਂ ਸਰਕਾਰਾਂ ਹੈਗੀਆਂ ਹੈ, ਇਹ ਗੰਦੀਆਂ ਸਰਕਾਰਾਂ ਹੈਗੀਆਂ ਹੈ, ਇਹ ਮਾੜੀਆਂ ਔਰ ਬੇਈਮਾਨ ਸਰਕਾਰਾਂ ਹੈਗੀਆਂ ਹੈ। ਕਿਉਂਕਿ ਇਹ ਲੋਕਾਂ ਦੇ ਭਲਾਈ ਦੇ ਬਾਰੇ 'ਚ ਨਹੀਂ ਸੋਚ ਰਹੀਆਂ, ਇਹ ਸਿਰਫ ਆਪਣੀ ਕੁਰਸੀ ਨੂੰ ਜੱਫੀ ਪਾ ਕੇ ਬੈਠੀਆਂ ਹੋਈਆਂ। ਕਿਉਂਕਿ ਲੋਕਾਂ ਨੇ ਜਿਹੜੀ ਇਹ ਮਾੜੀ ਸਰਕਾਰ ਬਦਕਿਸਮਤੀ ਦੇ ਨਾਲ ਕਿ ਉਹਨਾਂ ਨੇ ਇੱਕ ਚੰਗੇ ਦਿਨ ਆਉਣ ਦੇ ਭੁਲੇਖੇ ਦੇ ਨਾਲ ਇਹਨਾਂ ਨੂੰ ਕੁਰਸੀਆਂ ਦੇ ਉੱਤੇ ਬਿਠਾ ਦਿਆ। ਲੇਕਿਨ ਇਹ ਚੰਗੇ ਦਿਨ ਕਹਿੰਦੇ ਕਹਿੰਦੇ ਇੰਨੇ ਮਾੜੇ ਦਿਨ ਲੈ ਆਏ ਕਿ ਲੋਕਾਂ ਨੂੰ ਰੋਜੀ ਰੋਟੀ ਕਮਾਣੀ ਔਖੀ ਹੋ ਗਈ। ਕਮਾਉਣ ਵਾਸਤੇ ਵਹੀਕਲ ਦਾ ਇਸਤੇਮਾਲ ਕਰਨਾ ਪੈਂਦਾ, ਜਿਹੜਾ ਕਿ ਤੇਲ 35 ਰੁਪਏ ਤੋਂ ਲੈ ਕੇ 100 ਰੁਪਏ ਤੋਂ ਉੱਤੇ ਟੱਪ ਰਿਹਾ ਹੈਗਾ। ਤੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਵਾਸਤੇ ਕਿ ਜਿਹੜੇ ਬੰਦੇ ਨੇ ਕਿਤੇ ਕੰਮ ਜਾਣਾ ਉਹ ਨਹੀਂ ਜਾ ਸਕਦਾ। ਕਮਾਉਣ ਵਾਸਤੇ ਅੱਗੇ ਨੌਕਰੀਆਂ ਖਤਮ ਹੋ ਗਈਆਂ। ਇਹ 2 ਕਰੋੜ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਸੀ, ਕਿੰਨੇ ਹੀ ਕਰੋੜ ਲੋਕ ਤਾਂ ਇਹਨਾਂ ਨੇ ਨੌਕਰੀਆਂ ਤੋਂ ਕੱਢਤੇ ਤੇ ਅੱਗੇ ਨੂੰ ਸਾਰੇ ਮਹਿਕਮੇ ਇਹ ਪ੍ਰਾਈਵੇਟ ਹੱਥਾਂ 'ਚ ਦਿੰਦੇ ਜਾ ਰਹੇ ਹੈ। ਪ੍ਰਾਈਵੇਟ ਲੋਕਾਂ ਦਾ ਫਾਇਦਾ ਸਿਰਫ 4 ਲੋਕਾਂ ਨੂੰ ਇਹ ਪੂਰੇ ਹਿੰਦੁਸਤਾਨ ਦਾ ਕਾਰੋਬਾਰ ਦੇਣ ਦੇ ਵਿੱਚ ਤੁਲੇ ਹੋਏ ਹੈ। ਇਹ ਨਿਹਾਇਤ ਹੀ ਬੇਈਮਾਨ ਔਰ ਘਟੀਆ ਸਰਕਾਰ ਹੈਗੀ ਹੈ। ਉਸ ਤੋਂ ਬਾਅਦ ਜਿਹੜਾ ਗਰੀਬ ਕਮਾਉਣ ਵੀ ਜਾਂਦਾ ਸੀ, ਕਮਾਉਣ ਜੋਗਾ ਨਹੀਂ ਰਿਹਾ ਤੇਲ ਕਰਕੇ, ਜਦੋਂ ਕਮਾ ਕੇ ਘਰ ਵੀ ਲਿਆਂਦਾ ਵਿਚਾਰਾ ਔਖਾ ਸਗਾਲਾ ਹੋ ਗਏ ਤਾਂ ਉਹ ਰੋਟੀ ਪਕਾਉਣ ਜੋਗਾ ਨਹੀਂ ਰਿਹਾ। ਕਿਉਂਕਿ ਗੈਸ ਇੰਨੀ ਮਹਿੰਗੀ ਹੋ ਗਈ ਹੈ, 350 ਰੁਪਏ ਤੋਂ ਸਿਲੰਡਰ ਹੁਣ 850 ਰੁਪਏ ਤੋਂ ਵੀ ਉੱਤੇ ਪਹੁੰਚ ਗਿਆ ਹੈ। ਤਾਂ ਇਹ ਸ਼ਰਮ ਆਉਣੀ ਚਾਹੀਦੀ ਹੈ। ਇਹ ਗਰੀਬੀ ਨਹੀਂ ਖਤਮ ਕਰ ਰਹੇ, ਇਹ ਗਰੀਬਾਂ ਨੂੰ ਹੀ ਖਤਮ ਕਰਨ ਦੇ ਉੱਤੇ ਲੱਗੇ ਹੋਏ ਹੈ ਔਰ ਇਹ ਪੂਰਾ ਦੇਸ਼ ਨੂੰ ਵੇਚ ਕੇ ਜਾਊਂਗੇ। ਇਹ RSS ਔਰ BJP ਇਹ ਜਿਹੜੇ ਐਸੇ ਘਟੀਆ ਹੁਣ ਸ਼ਬਦ ਹੋ ਗਏ, ਇਹਨਾਂ ਨੂੰ ਕਹਿਣਾ ਬਣਦਾ ਹੁਣ ਤਾਂ ਕਿ ਲੋਕਾਂ ਨੂੰ ਬਦਨਾਮ ਕਰਨ ਦੇ ਉੱਤੇ ਤੁਰੇ ਹੋਏ ਹੈ। ਸੰਯੁਕਤ ਕਿਸਾਨ ਮੋਰਚੇ ਨੂੰ ਇਹ ਲੋਕ ਬਦਨਾਮ ਕਰਨ ਦੇ ਉੱਤੇ ਤੁਰੇ ਹੋਏ ਹੈ। ਲੇਕਿਨ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਉੱਥੇ ਪ੍ਰੋਟੈਸਟ ਹੋ ਰਿਹਾ ਉਹ ਇਕੱਲੇ ਕਿਸਾਨਾਂ ਦਾ ਨਹੀਂ ਰਿਹਾ, ਉਹ ਹਰ ਗਰੀਬ ਆਦਮੀ ਦਾ, ਹਰ ਧਰਮ ਦਾ, ਹਰ ਜਾਤ ਦਾ ਹੋ ਗਿਆ ਹੈ। ਉਹ ਆਮ ਲੋਕਾਂ ਤੱਕ ਪਹੁੰਚ ਗਿਆ ਹੈ। ਕਿਉਂਕਿ ਕਿਸੇ ਦੀ ਰੋਟੀ ਦੇ ਵਿੱਚ ਥਾਲੀ ਰਹੀ ਹੀ ਨਹੀਂ। ਥਾਲੀ ਦੇ ਵਿੱਚ ਰੋਟੀ ਤਾਂ ਆਏਗੀ ਜੇ ਬੰਦਾ ਮਿਹਨਤ ਕਰੇਗਾ, ਕੰਮ ਹੋਣਗੇ। ਕੰਮ ਤਾਂ ਰਹੇ ਹੀ ਨਹੀਂ, ਕੰਮ ਇਹਨਾਂ ਨੇ ਛੱਡੇ ਹੀ ਨਹੀਂ ਤੇ ਨਾ ਹੀ ਇਹ ਕੰਮਾਂ ਦੇ ਕਾਬਲ ਇਹਨਾਂ ਨੇ ਲੋਕ ਛੱਡੇ। ਅੱਗੇ ਤੋਂ ਸਾਰਾ ਕੁਝ ਬੰਦ ਕਰਤਾ।
ਲੋਕਾਂ ਨੂੰ ਪਹਿਲਾਂ ਕਹਿੰਦੇ ਜੀ ਪ੍ਰਧਾਨ ਮੰਤਰੀ ਫੰਡ ਦੇ ਵਿੱਚ ਤੁਸੀਂ ਪਾਓ ਜੀ ਕਰੋਨਾ ਕਰਕੇ, ਉਹ ਪਾਏ ਪੈਸੇ ਦਾ ਕਿਸੇ ਨੂੰ ਕੁਝ ਨਹੀਂ ਪਤਾ ਕਿੱਥੇ ਗਿਆ। ਜਿਹੜਾ WHO ਤੋਂ ਜਿੰਨਾ ਪੈਸਾ ਆਇਆ ਉਹਦਾ ਕੁਝ ਨਹੀਂ ਪਤਾ ਕਿੱਥੇ ਗਿਆ। ਆਪਣੀਆਂ ਦਵਾਈਆਂ ਬਾਹਰ ਨੂੰ ਭੇਜਦੀਆਂ, ਇੱਥੇ ਲੋਕ ਦਵਾਈਆਂ ਤੋਂ ਬਿਨਾਂ ਮਰ ਰਹੇ ਹੈ। ਹਸਪਤਾਲਾਂ ਦੇ ਵਿੱਚ ਬੁਰੇ ਹਾਲ ਨੇ, ਲੋਕਾਂ ਨੂੰ ਪੁੱਛਿਆ ਨਹੀਂ ਜਾ ਰਿਹਾ। ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਨੂੰ ਪ੍ਰੋਪਰਲੀ ਨਹੀਂ ਦਿੱਤੀਆਂ ਜਾ ਰਹੀਆਂ। ਕਿਹਨਾਂ ਤੋਂ ਵਿਚਾਰਿਆਂ ਨੂੰ ਸੰਸਕਾਰ ਕਰਨ ਤੋਂ ਬਾਅਦ ਪਤਾ ਚੱਲਦਾ ਕਿ ਜਿਹਦਾ ਉਹਨਾਂ ਨੇ ਸੰਸਕਾਰ ਕੀਤਾ ਸੀ ਉਹ ਲੇਡੀ ਸੀ ਤੇ ਸਾਡਾ ਤਾਂ ਜੈਂਟਸ ਬੰਦਾ ਪੂਰਾ ਹੋਇਆ ਸੀ, ਤੇ ਉਹਨੂੰ ਬਾਅਦ 'ਚ ਫੋਨ ਆ ਜਾਂਦਾ ਕਿ ਹਾਂ ਜੀ ਤੁਹਾਡੀ ਰਿਸ਼ਤੇਦਾਰ ਦੀ ਲਾਸ਼ ਇੱਥੇ ਪਈ ਹੋਈ ਹੈ। ਤਾਂ ਉਹ ਲੋਕੀ ਕਹਿੰਦੇ ਵੀ ਸ਼ਰਮ ਕਰੋ ਕੁਛ, ਤੁਸੀਂ ਕੀ ਕਰ ਰਹੇ ਹੈ। ਤੇ ਇਹ ਕਹਿੰਦੇ ਜੀ ਤੁਸੀਂ ਖੋਲ ਕੇ ਨਹੀਂ ਉਹਨੂੰ ਦੇਖ ਸਕਦੇ। ਲੋਕਾਂ ਦੇ ਨਾਲ ਧੱਕਾ ਹੋ ਰਿਹਾ, ਉਹਨਾਂ ਦੇ ਆਰਗੈਨਿਕ ਵੀ ਕੱਟ ਕੇ ਵੇਚੇ ਜਾ ਰਹੇ ਹੈ। ਬਹੁਤ ਬੰਦਿਆਂ ਦਾ ਇਹ ਇਲਜ਼ਾਮ ਹੈਗਾ ਹੈ। ਤੇ ਅੱਜ ਲੋਕ ਭੁੱਖੇ ਮਰਨ ਦੀ ਕਗਾਰ ਦੇ ਉੱਤੇ ਬੈਠੇ ਹੈ। ਲੋਕ ਸੜਕਾਂ ਦੇ ਉਤਰੇ ਆਏ। ਹੁਣ ਬਸ ਇਹ ਰਹਿ ਗਿਆ ਹੈ ਕਿ ਗਰੀਬ ਆਦਮੀ ਜਦੋਂ ਬਿਲਕੁਲ ਹੀ ਮਰ ਜਾਏਗਾ ਤਾਂ ਉਹ ਸੜਕ ਦੇ ਉੱਤੇ ਲੰਮਾ ਹੀ ਪਏਗਾ। ਅੱਜ ਅਸੀਂ ਐਸੇ ਕਰਕੇ ਇੱਥੇ ਬੈਠੇ ਹਾਂ। ਇਹ ਦੇਖੋ ਤੁਸੀਂ ਸਿਲੰਡਰਾਂ ਦਾ ਬੁਰਾ ਹਾਲ ਹੈ। ਲੋਕ ਕਮਾ ਖਾ ਨਹੀਂ ਸਕਦੇ, ਲੋਕ ਕਿੱਥੇ ਜਾਣਗੇ। ਉਹਨਾਂ ਨੇ ਇੱਕ ਦਿਨ ਭੁੱਖੇ ਮਰ ਜਾਣਾ ਹੈ, ਤਾਂ ਭੁੱਖੇ ਮਰਨ ਨਾਲ तो चंगा है फिर शहीदी दे के मरना। जहां एक तरफ किसानों द्वारा या गांव के लोगों द्वारा प्रदर्शन किया जा रहा था, वहीं पेट्रोल पंप्स के बाहर भी प्रदर्शन हुआ। चंडीगढ़ के कई पेट्रोल पंप्स के बाहर कुछ हल्का फुल्का प्रदर्शन हुआ, लेकिन सेक्टर 21 के पेट्रोल पंप के बाहर लोग इकट्ठा हुए, जमकर नारेबाजी हुई और प्रदर्शन किया गया। किसानों द्वारा कहा गया था कि उनका प्रदर्शन सिर्फ कृषि के 3 कानूनों के खिलाफ ही नहीं है, बल्कि बढ़ती हुई पेट्रोल और डीजल की कीमतों पर भी उनका प्रदर्शन है। और इसी का असर सेक्टर 21 के पेट्रोल पंप पर भी देखने को मिला, जहां पर प्रदर्शन किया गया। संयुक्त किसान मोर्चे के आह्वान पर वीरवार को चंडीगढ़ में भी किसान जत्थेबंदियों द्वारा जोरदार प्रदर्शन किया गया। यह प्रदर्शन चंडीगढ़ के सेक्टर 21 स्थित पेट्रोल पंप के सामने किया गया, जिसमें किसानों द्वारा 2 पहिया वाहन पर अर्थी निकाली गई और गैस सिलेंडर को फांसी दे दी गई। इस दौरान किसानों ने मोदी सरकार के खिलाफ जमकर नारेबाजी भी की। इन किसान जत्थेबंदियों का कहना था कि मोदी सरकार आज हर मोर्चे पर फेल हुई है, चाहे वो किसानों का मुद्दा हो, चाहे पेट्रोल डीजल की कीमतें हों। पेट्रोल डीजल की कीमतें किस कदर बढ़ती जा रही हैं, इससे मध्य वर्ग के लोगों पर सबसे ज़्यादा अधिक असर पड़ रहा है। पेट्रोल डीजल के रेट बढ़ने से महंगाई बढ़ती जा रही है। आम आदमी व्यक्ति 2 वक्त की रोटी नहीं कमा पा रहा है और गैस सिलेंडर के भी दाम बढ़ते जा रहे हैं। गैस सिलेंडर 900 रुपये का हो गया है। अब वो दिन दूर नहीं है, लोगों को गैस सिलेंडर को छोड़कर एक बार फिर से लकड़ियों पर या चूल्हे पर रोटियां बनानी पड़ेंगी। यह सरकार सिर्फ पूंजीपतियों के लिए ही काम कर रही है, आम वर्ग की इस सरकार को कोई चिंता नहीं है। देखो इस संयुक्त किसान मोर्चे के कॉल है, तुसीं देखिए कि जिहड़ी भी ये बेसिक नीड है, देखो पेट्रोल डीजल हर कोई घरे सारे ने गड्डियां ने, ठीक है, ट्रैक्टर स्कूटर मोटर सब अपने काम कारां ते जाने हैं ते सिलेंडर है। चलो पिंडां जिहड़े चंडीगढ़ दे पिंड नहीं हैगे, बाहर पंजाब दे पिंड होर अदर पिंड ने, उत्थे सर सब पाथियां पुथियां पत्थ के अपना गुजारा कर लेने, बट जिहड़े शहरी दबके है तुसीं देखो भी कित्थे सिलेंडर दा रेट चले गया ते आ 2 साल ਦੇ ਵੀ ਦੇਖੋ 40-45 रुपए डीजल ਵੱਧ ਗਿਆ, ਪੈਟਰੋਲ ਵੱਧ ਗਿਆ। ਹੁਣ ਕਿਸਾਨਾਂ ਦੇ ਨਾਲ ਆਮ ਵਰਗ ਨੂੰ ਵੀ ਇਹ ਪ੍ਰੋਬਲਮ ਆ ਰਹੀ। ਕਿਸਾਨ ਮੋਰਚੇ ਕਾਲ ਸੀਗੀ, ਅਸੀਂ ਚੰਡੀਗੜ੍ਹ ਦੇ ਸਵੇਰੇ 10 ਤੋਂ 12 ਸਾਰੇ ਚੰਡੀਗੜ੍ਹ ਦੇ ਪਿੰਡ ਸੀਗੇ, ਉਹਨਾਂ ਦੇ ਵਿੱਚ 10 ਤੋਂ 12 2-2 ਘੰਟੇ ਸੜਕਾਂ ਤੇ ਪ੍ਰੋਟੈਸਟ ਕੀਤਾ ਤੇ ਹੁਣ ਸ਼ਾਮ ਨੂੰ ਸਾਰੇ ਚੰਡੀਗੜ੍ਹ ਵੱਲੋਂ ਟਰਾਈ ਸਿਟੀ ਵੱਲੋਂ ਕਾਲ ਸੀਗੀ 21 ਸੈਕਟਰ ਸਰਕਾਰੀ ਪੰਪ ਹੈ, ਉਹਦੇ ਸਾਹਮਣੇ ਅਸੀਂ ਜੋ ਵੀ ਮਹਿੰਗਾਈ ਦੇ ਰੇਟ ਅਪਲਿਫਟ ਹੋਏ ਨੇ ਉਹਨਾਂ ਦੇ ਸਾਹਮਣੇ ਅਸੀਂ ਮੁਹਾਜ਼ਰਾ ਕਰ ਰਹੇ ਇੱਥੇ ਵੀ, ਤਾਂ ਕਿ ਆਮ ਪਬਲਿਕ ਇੱਥੇ ਪੰਪ ਦੇ ਬਥੇਰਾ ਇਕੱਠ ਹੁੰਦਾ ਹੈ। ਕੋਈ ਛੁੱਟੀ ਦਾ ਟਾਈਮ ਹੈ ਵੀ ਪਬਲਿਕ ਆਵੇ, ਉਹਨਾਂ ਨੂੰ ਪਤਾ ਚੱਲੇ ਵੀ ਤੁਸੀਂ ਘਰੋਂ ਬਾਹਰ ਨਿਕਲੋ ਤਾਂ ਕਿ ਅਸੀਂ ਮੂੰਹ ਤੋੜ ਜਵਾਬ ਦੇ ਸਕੀਏ। ਦੇਖੋ ਹਰੇਕ ਚੀਜ਼ ਨੂੰ ਟਾਈਮ ਲੱਗਦਾ। ਪਹਿਲਾਂ ਵੀ ਤੁਸੀਂ ਦੇਖਿਆ ਭਗਤ ਸਿੰਘ ਦੇ ਚਾਚਾ ਜੀ ਨੇ, ਅਜੀਤ ਸਿੰਘ ਨੇ ਧਰਨਾ ਲਾਇਆ ਸੀ, ਉਹ ਵੀ 9 ਮਹੀਨੇ ਚੱਲਿਆ। ਘੱਟੋ ਘੱਟ ਇਹ ਵੀ ਸਰਕਾਰ ਸੋਚਦੀ ਵੀ ਚਲੋ ਕਿਸਾਨਾਂ ਕੋਲ ਜਦੋਂ ਆਪਣਾ ਦਾਲਾਂ ਪਾਣੀ ਮੁੱਕ ਜਾਏਗਾ ਵਾਪਸ ਚਲੇ ਜਾਣਗੇ, ਬਟ ਕਿਸਾਨ ਉਦੋਂ ਤੱਕ ਵਾਪਸ ਨਹੀਂ ਜਾਣਗੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਕੋਈ ਚੱਕਰ ਵਾਲੀ ਗੱਲ ਨਹੀਂ, ਹਰੇਕ ਚੀਜ਼ ਨੂੰ ਟਾਈਮ ਲੱਗਦਾ। ਹੁਣ ਤੁਸੀਂ ਦੇਖਿਆ ਬੰਗਾਲ ਦੇ ਵਿੱਚ ਇਲੈਕਸ਼ਨ ਹੋਇਆ ਤੇ ਹੁਣ ਯੂਪੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਅਕਾਲੀ ਤੇ ਕਾਂਗਰਸ ਦਾ ਇੰਨਾ ਵਿਰੋਧ ਹੋ ਰਿਹਾ, ਲੋਕ ਜਾਗ ਚੁੱਕੇ ਨੇ। ਹੁਣ ਆਉਣ ਵਾਲਾ ਟਾਈਮ ਦੇਖੋ ਵੀ ਦੇਖੋ ਹੁਣ ਸਰਕਾਰਾਂ ਹੀ ਬਦਲਣਗੀਆਂ ਤੇ ਸਰਕਾਰਾਂ ਜਦੋਂ ਬਦਲਣਗੀਆਂ ਤਾਂ ਓਬਵੀਅਸਲੀ ਖੁਸ਼ਹਾਲੀ ਆਏਗੀ ਭਾਰਤ। ਸਰਕਾਰ ਨੇ ਮਹਿੰਗਾਈ ਇਸ ਹੱਦ ਤੱਕ ਵਧਾ ਦਿੱਤੀ ਹੈ, ਅਸੀਂ ਮੋਟਰਸਾਈਕਲ ਸਕੂਟਰ ਕਾਰਾਂ ਚਲਾਉਣ ਜੋਗੇ ਨਹੀਂ ਰਹੇ, ਕਿਉਂਕਿ ਕੋਈ ਵੀ ਚੀਜ਼ਾਂ ਜਿਹੜੀਆਂ ਖਾਣ ਵਾਲਾ ਖਾਦਿਆ ਪਦਾਰਥ ਹੈ ਉਹ ਇੰਨੇ ਮਹਿੰਗੇ ਹੋ ਚੁੱਕੇ ਹੈ, ਅਸੀਂ ਉਹ ਲੈਣ ਦੇ ਯੋਗ ਨਹੀਂ ਰਹੇ। ਇਹ ਜਿਹੜਾ ਅੱਜ ਐਕਟਿਵਾ ਨੂੰ ਜਲਾ ਰਹੇ ਹੈ, ਇਹ ਮੋਦੀ ਸਰਕਾਰ ਦੇ ਖਿਲਾਫ ਸਾਡੀ ਐਜੀਟੇਸ਼ਨ ਹੈ, ਉਹਦੇ ਅਸੀਂ ਜਗਾਉਣਾ ਚਾਹੁੰਦੇ ਹਾਂ ਸੁੱਤੀ ਪਈ ਮੋਦੀ ਸਰਕਾਰ ਨੂੰ ਵੀ ਤੁਸੀਂ ਆਹ ਦੇਖੋ ਲੋਕਾਂ ਦਾ ਆਹ ਹਾਲ ਹੈ। ਅਸੀਂ ਜਿਹੜੇ ਸਕੂਟਰ ਹੈ ਕਾਰਾਂ ਇਹ ਜਲਾਉਣ ਤੱਕ ਆ ਗਏ, ਪਹਿਲਾਂ ਅਸੀਂ ਟਰੈਕਟਰ ਵੀ ਜਲਾਏ ਨੇ ਜਾ ਕੇ ਦਿੱਲੀ, ਤੇ ਕਿਉਂਕਿ ਸਰਕਾਰ ਅਜੇ ਜਾਗ ਫੇਰ ਵੀ ਨਹੀਂ ਰਹੀ।
ਤੇ ਜਿਹੜੇ ਕਾਲੇ ਕਾਨੂੰਨ ਹੈ ਜਿੱਥੇ ਉਹਨਾਂ ਨੂੰ ਲੈ ਕੇ ਆਈ ਹੈ ਉਹਨਾਂ ਦੀ ਲੜਾਈ ਸਾਡੀ ਚੱਲ ਰਹੀ ਹੈ ਵੀ ਉਹਨਾਂ ਨੂੰ ਰੱਦ ਕਰੋ, MSP ਲਾਗੂ ਕਰੋ। ਉਹਦੇ ਇਹਦੇ ਦੇ ਵਿੱਚ ਉਹਨਾਂ ਨੂੰ ਤਾਂ ਕੀ ਕੰਟਰੋਲ ਕਰਨਾ ਸੀ। ਅੱਜ ਆ ਕੇ ਇਹਨਾਂ ਨੇ ਮਹਿੰਗਾਈ ਇਸ ਹੱਦ ਤੱਕ ਵਧਾਤੀ, ਕੋਈ ਵੀ ਇਨਸਾਨ ਆਪਣਾ ਜਿਹੜੀਆਂ ਜ਼ਰੂਰੀ ਵਸਤੂਆਂ ਨੇ, ਜਿਹੜੀਆਂ ਰੋਜ਼ਮर्रा ਦੀਆਂ ਚੀਜ਼ਾਂ ਨੇ, ਉਹ ਲੈਣ ਤੋਂ ਸਮਰਥ ਹੋ ਗਿਆ। ਇਸ ਕਰਕੇ ਸਾਰੇ ਲੋਕ ਦੁਖੀ ਹੋਏ ਇੱਥੇ ਐਜੀਟੇਸ਼ਨ ਕਰ ਰਹੇ ਨੇ। ਅੱਜ ਦੀ ਪਹਿਲਾਂ ਤੱਕ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਜਿਹੜੀ ਵਧੀ ਹੋਈ ਤੇਲ ਦੀ ਕੀਮਤਾਂ, ਗੈਸ ਦੀ ਕੀਮਤਾਂ ਤੇ ਹਰ ਚੀਜ਼ ਦੀ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਕਾਲ ਤਾਂ ਕਿਸਾਨਾਂ ਦੀ ਹੈ ਪਰ ਫਰਜ਼ ਸਾਰੇ ਸ਼ਹਿਰ ਵਾਸੀਆਂ ਦਾ ਬਣਦਾ ਇਹ, ਕਿਉਂਕਿ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਰਸੋਈ ਹੈ, ਰਸੋਈ ਦੇ ਵਿੱਚ ਹਰ ਇੱਕ ਕੋਲ ਸਿਲੰਡਰ ਹੈ, ਹਰ ਇੱਕ ਬੰਦੇ ਕੋਲ ਐਕਟਿਵ ਹੈ, ਹਰ ਇੱਕ ਬੰਦੇ ਕੋਲ ਗੱਡੀ ਹੈ, ਉਹਨਾਂ ਨੂੰ ਤੇਲ ਦੀ ਵੀ ਲੋੜ ਹੈ। ਇਹ ਕਿਸਾਨ ਤਾਂ ਇੱਕ ਨਾਮ ਦੇ ਅੱਗੇ ਆ ਰਹੇ ਨੇ, ਪਰ ਇਹ ਆਮ ਜਿਹੜਾ ਪ੍ਰੋਟੈਸਟ ਹੈ ਆਮ ਪਬਲਿਕ ਨੂੰ ਕਰਨਾ ਚਾਹੀਦਾ। ਮੈਂ ਚੰਡੀਗੜ੍ਹ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਵੀ ਸੁੱਤੇ ਨਾ ਰਹੋ, ਜਾਗੋ। ਅਗਰ ਅਸੀਂ ਸੁੱਤੇ ਪਏ ਆ ਤਾਂ ਇਹ ਸਰਕਾਰਾਂ ਡੇ ਬਾਏ ਡੇ ਤੇਲ ਦਾ, ਸਿਲੰਡਰ ਦਾ, ਕਿਉਂਕਿ ਅਸੀਂ ਬੋਲਦੇ ਨਹੀਂ ਆ, ਜਦ ਤੱਕ ਅਸੀਂ ਬੋਲਾਂਗੇ ਨਹੀਂ। ਪੈਟਰੋਲ 170 ਰੁਪਏ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਓ ਨਾ 150 ਪਹੁੰਚਿਆ, 180 ਤੇਲ ਦੀ ਬੋਤਲ ਹੋ ਗਈ ਹੈ ਸਰੋਂ ਦੇ, 250 ਰੁਪਏ ਦਾ ਉਹਦਾ ਟੈਗ ਅੰਡਾਨੀ ਬਾਨੀ ਦਾ ਲੱਗ ਚੁੱਕਿਆ। ਸਿਲੰਡਰ ਦੇਖ ਲਓ ਤੁਸੀਂ, 400 ਰੁਪਏ ਦਾ ਪਿਛਲੇ ਸਾਲ ਸੀਗਾ, 900 ਰੁਪਏ ਦਾ ਅੱਜ ਹੈ। ਇਹ ਜ਼ਰੂਰੀ ਵਸਤਾਂ ਨੇ ਜਿਹੜੀਆਂ ਮੋਦੀ ਨੂੰ ਵੀ ਸੋਚਣਾ ਚਾਹੀਦਾ ਕਿ ਸਾਡੀ ਆਮ ਜਨਤਾ, ਇੱਕ ਅਮੀਰ ਵਰਗ ਤਾਂ ਖਾ ਲੂਗਾ ਪਰ ਗਰੀਬ ਕਿੱਥੇ ਜਾਊਗਾ। ਫਿਰ ਮੋਦੀ ਕਹੂਗਾ ਦੇਸ਼ ਦੇ ਵਿੱਚ ਦੰਗੇ ਹੋ ਰਹੇ ਨੇ। ਦੰਗੇ ਹੋਣ ਦਾ ਕਾਰਨ ਮੋਦੀ ਸਰਕਾਰ ਹੈ। ਕਿਉਂ? ਢਿੱਡ ਹਰ ਇੱਕ ਦੇ ਲੱਗਿਆ, ਹਰ ਇੱਕ ਬੰਦਾ ਖੋ ਕੇ ਖਾਊਗਾ, ਰੋਟੀ ਹਰ ਇੱਕ ਨੇ ਖਾਣੀ ਹੈ। ਕਿਸਾਨ ਇੰਨੀ ਦੇਰ ਤੋਂ ਇਹੀ ਉਪਦੇਸ਼ ਦੇ ਰਹੇ ਨੇ ਵੀ ਭਰਾਵੋ ਅਸੀਂ ਕਿਸਾਨ ਆ, ਅਸੀਂ ਆਪਣਾ ਅੰਨ ਉਗਾਉਂਦੇ ਆ, ਰੋਟੀ ਉਸ ਅੰਨ ਦੇ ਨਾਲ ਹਰ ਇੱਕ ਨੇ ਖਾਣੀ ਆ। ਇਸ ਕਰਕੇ ਮੈਂ ਅਪੀਲ ਕਰਦਾ ਵੀ ਅਗਰ ਤੁਸੀਂ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਓਗੇ, ਅਸੀਂ ਇਸ ਰੇਟਾਂ ਨੂੰ ਮਤਲਬ ਕਿ ਘਟਾ ਤਾਂ ਨਹੀਂ ਸਕਦੇ, ਪਰ ਅਸੀਂ ਇਹਨਾਂ ਨੂੰ ਠੱਲ ਪਾ ਸਕਦੇ ਹਾਂ, ਇਹਨਾਂ ਨੂੰ ਇੱਥੇ रोक सकते हैं। चंडीगढ़ के बाद बात करें मोहाली की, तो मोहाली में जोरदार प्रदर्शन देखने को मिला। यहाँ पर सैकड़ों की संख्या में किसान इकट्ठे हुए। एयरपोर्ट रोड की साइड में वाहनों को लगाया गया और 8 मिनट तक हॉर्न बजाकर प्रदर्शन किया गया। प्रदर्शन में हॉर्न बजाने का मकसद यही था कि उनकी मांगों को लेकर सरकार गूंगी बहरी बनी हुई है। यदि हॉर्न बजाकर शायद सरकार के कान तक उनकी आवाज पहुंच सके और उचित निर्णय कृषि बिलों को लेकर हो सके। मॉल में वीरवार को अलग अलग कर्मचारी संगठनों की ओर से प्रदर्शन किया गया। वहीं किसानों की ओर से बढ़ती महंगाई और पेट्रोल डीजल की कीमतों के विरोध में हाईवे पर एक लाइन में वाहन खड़े करके प्रदर्शन किया गया। केंद्र सरकार को जगाने और बढ़ती महंगाई को लेकर अब किसानों की ओर से सरकार के खिलाफ मोर्चा खोल दिया गया है। संयुक्त किसान मोर्चा के आह्वान पर किसानों की ओर से बढ़ती महंगाई और पेट्रोल डीजल की कीमतों के विरोध में हाईवे पर एक लाइन में वाहन खड़े करके प्रदर्शन किया गया। मोहाली का एयरपोर्ट रोड सहित ट्राई सिटी के इस अनोखे तरह के विरोध प्रदर्शन में काफ़ी संख्या में लोगों ने पहुंचकर केंद्र सरकार के प्रति अपना रोष व्यक्त किया। केंद्र सरकार के खिलाफ जमकर नारेबाजी भी की गई, जबकि महिलाओं की ओर से अपने खाली सिलेंडरों को लेकर प्रदर्शन किया गया है। किसानों ने कहा कि वे सिर्फ कृषि बिलों का ही नहीं बल्कि लोगों की लड़ाई भी लड़ रहे हैं। उधर मोहाली के गुरुद्वारा सिंह सईदा के बाहर सुहाना चौक पर लगातार भूख हड़ताल चल रही है। वहीं इस स्थान पर वीरवार को सुबह 10 से 12 बजे तक किसानों ने केंद्र सरकार के खिलाफ जोरदार प्रदर्शन किया। इसके बाद मोदी सरकार की कानों तक आवाज़ पहुंचाने के लिए 12 बजे से 8 मिनट तक लोगों ने अपने वाहनों के सायरन को लगातार बजाकर रोष व्यक्त किया। किसानों ने कहा कि जब मोदी सरकार कोरोना को भगाने के लिए थालियां बजा सकती है तो किसान व आम जन महंगाई को भगाने के लिए अपना विरोध दर्ज क्यों नहीं करवा सकते, ताकि केंद्र सरकार के कानों तक आवाज़ पहुंच सके। इसलिए उन्होंने सायरन बजाने का सबसे अच्छा और आसान तरीका ढूंढा है। चंडीगढ़, पंचकुला और मोहाली और चंडीगढ़ की बात हमने आपको बता दी। अब बताते हैं पंचकुला की बात। तो पंचकुला में भी प्रदर्शन देखने को मिला है। यहाँ पर रोड जाम नहीं किया गया। संयुक्त किसान मोर्चा ने साफ ही कर दिया था कि उनका यह जो प्रदर्शन होगा इसमें रोड जाम नहीं किए जाएंगे, तो रोड जाम नहीं हुआ। रोड के साइड में ही वाहन लगाए गए, हॉर्न बजाया गया और अपना विरोध दर्ज करवाया गया। कृषि कानूनों के साथ साथ महंगाई और डीजल पेट्रोल के बड़े दामों को लेकर पंचकुला में किसान प्रदर्शन कर रहे हैं। पंचकुला कालका शिमला हाईवे पर मौजूद टोल प्लाजा पर किसान महंगाई, डीजल, पेट्रोल की कीमतों को लेकर जोरदार प्रदर्शन करते हुए नजर आए, नारेबाजी करते हुए नजर आए। 10 मिनट के लिए किसान
वाहनों के हॉर्न बजाकर डीजल पेट्रोल की बड़ी कीमतों को कम करने की मांग को लेकर किसानों ने आंदोलन किया। महिला किसान भी इस प्रदर्शन में शामिल हुई। गाड़ियों का हॉर्न बजाकर पेट्रोल और डीजल की बढ़ी हुई कीमतों को कम करने के लिए भी सरकार से गुहार लगाई गई। महिला किसानों ने गैस सिलेंडर रखकर अपना प्रदर्शन किया और सरकार के खिलाफ जमकर नारेबाजी की। इन महिलाओं का कहना था कि एक तरफ किसानों के साथ सरकार ज्यादती कर रही है, वहीं रसोई गैस के दाम बढ़ाकर सरकार ने आम आदमी को भी परेशान करना आरंभ कर दिया है। किसानों की जो जमीन है, हमारी दादा लाई जमीन है, मोदी कौन होता है इस पर हक जमाने वाला? 3 काले कानून लाने वाला मोदी कौन है? किसने हक दिया है ये जो हमारी दादा लाई जमीन को हड़पने का? हमारे दादा बहुत मुश्किल से ये जमीना मतलब अपनी जमीना को बचाया है, अपनी जमीना को मतलब खून पसीना सींच के अपनी जमीना को बचाया है इन लोगों ने अपने बच्चों के लिए, बच्चों पड़पोतों के लिए। ये एक धरोहर है बुजुर्गों की, अपनी जमीनें, अपनी खानदानी जमीनें, और तो कुछ बचा नहीं जी खानदानी, सिर्फ ये धरोहर है हमारी मतलब किसान मजदूर की, व्यापारी की, तीनों वर्गों की ये एक मतलब किसान एकता है, ये तीनों वर्गों की, मजदूर किसान। आप एक गृहिणी भी है? हाँ, एक गृहिणी भी है। सिलेंडर के साथ यूँ खड़े हैं जी, सिलेंडर इतना महंगा हो गया है जी, चूल्हा रसोई चलानी बहुत मुश्किल हो गई आम आदमी के लिए। कुवैत से तेल आता है, इराक से तेल आता है, ईरान से तेल आता है। जब वहाँ पर एक कीमत है, अमेरिका में तेल की कीमत क्यों नहीं बढ़ रही? ऑस्ट्रेलिया में कीमत क्यों नहीं बढ़ रही? इंग्लैंड में क्यों नहीं कीमत बढ़ रही? हमारे हिंदुस्तान में ही क्यों बढ़ रही है? हमारे हिंदुस्तान की सरकार ने तानाशाही करके लोगों की लूट कर रही है, और जब तक तेल की कीमतें कंट्रोल नहीं होती उतनी देर तक महंगाई किसी कीमत पर रुक नहीं सकती। और आज तेल की कीमतें बढ़ी हुई किसान के ऊपर जितनी इफेक्टिव है और किसी वर्ग के ऊपर उतनी इफेक्टिव नहीं है, क्योंकि किसानी की पैदा की हुई उपज उसने मंडी में बेचने जाना है, उसने पैदा करनी है, उसने हल चलाना है, उसने ट्रैक्टर चलाना है, सारी तेल की कीमतें उसके ऊपर। और सरकार हमारे को ये कहती है कि हमने ये अपने चावल की कीमत 72 रुपये बढ़ा दी है, लेकिन जब हम कैलकुलेट करते हैं, चैलेंज करके कहते हैं हमारे साथ बैठो, हम बैठ के बताएंगे कि हमारे 72 रुपये बढ़ाने के बावजूद भी हमारे को कितना नुकसान होने जा रहा है, एक नए पैसे का हम हिसाब करके दे सकते। हरियाणा के मुख्यमंत्री मनोहर लाल खट्टर ने कहा है कि किसानी आंदोलन राजनीति से प्रेरित है, राजनीति हावी हो चुकी है, जिसका उदाहरण यह है कि अब गुरनाम सिंह चडूरी ने बयान दिया है कि यदि जरूरत पड़ी तो वह पंजाब के विधानसभा चुनावों में भी उतर सकते हैं। इस पर मुख्यमंत्री हरियाणा मनोहर लाल खट्टर ने कहा कि इससे साफ जाहिर होता है कि जैसी सोच सरकार रखती थी वैसा ही असर अब दिखाई देने लगा है। हरियाणा के मुख्यमंत्री मनोहर लाल खट्टर ने किसान नेता गुरनाम सिंह चडूनी के चुनाव लड़ने वाले बयान पर पलटवार किया है। मुख्यमंत्री मनोहर लाल खट्टर ने कहा है कि आखिरकार जो बात वह कह रहे थे वह सच होती हुई दिखाई दे रही है। किसान आंदोलन राजनीति से प्रेरित है। आज इस बात पर गुरनाम सिंह चडूनी भी कह रहे हैं। इसी तरीके से उन्होंने कहा कि किसान नेताओं को पंजाब विधानसभा चुनाव में लड़ना चाहिए। उससे साफ होता है कि उनकी मंशा राजनीतिक है। किसानों के मुद्दे और कृषि कानूनों से इस आंदोलन का कोई लेना देना नहीं है। सीएम ने चडूनी द्वारा उनके ऊपर अशोभनीय टिप्पणी किए जाने पर कुछ भी कहने से इनकार कर दिया। उन्होंने कहा कि कृषि कानून किसानों के हित में है। जो बात हम कहते हैं वही उन्होंने कही है, उसमें कौन सी दो बड़ी बात है। आखिर वो ये कह रहे हैं कि पंजाब के लोगों को चुनाव लड़ना चाहिए, हम भी यही कह रहे हैं कि राजनीति है इसके पीछे, तो राजनीति से प्रेरित हो करके और वो इस अभियान को चलाए हुए, इस आंदोलन को चलाए हुए हैं। इस आंदोलन में किसानों की समस्याओं को लेकर के किसी प्रकार का कोई भी उनका सरोकार नहीं है, और किसान तो आज भी इस नए कानून को अच्छा मानता है। आज इस विधायक दल की बैठक में भी कई विधायकों की ओर से विषय आया कि नए कानून यदि लागू होते हैं तो उसमें ये लाभ व्यापारियों को भी और किसानों को भी होने वाले हैं, जिसकी किसान मांग कर रहे हैं। खास करके जैसे मंडी की मार्केट फीस है, मार्केट फीस बाहर जो सामान बिकता है आज पुराने कानून के हिसाब से तो उस पर भी मार्केट फीस लगेगी, लेकिन अगर नए कानून लागू होते हैं तो मंडी से बाहर कोई भी चीज़ बिक्री होती है उसका कोई पूछताछ नहीं होगी, उसका कोई फीस नहीं लगेगी। तो आज हमने फीस जो कम की थी पहले बासमती जैसे चावल के ऊपर, उसको दोबारा से हमको 4% इसीलिए करना पड़ा क्योंकि कानून जो है नए लागू नहीं हुए। हम भी चाहते हैं नए कानून का ठीक से वो लोग समझें, उसका क्या उसका उपयोग है और किस प्रकार से लाभकारी है, वो अगर समझेंगे और उसका नए कानून की तरफदारी करेंगे तो निश्चित रूप से किसानों को भी और व्यापारियों को सबको लाभ होगा। मोहाली की बात करें तो मोहाली में अस्थायी शिक्षकों द्वारा लगातार प्रदर्शन जारी है। हर बार
हर नए तरीके से प्रदर्शन किया जाता है। पंजाब स्कूल एजुकेशन बोर्ड की 7वीं मंजिल पर शिक्षक चढ़े हुए हैं जो कह रहे हैं कि उन्हें पक्का किया जाए। इसी को लेकर पंजाब के शिक्षा मंत्री विजय इंदर सिंगला ने कहा है कि सरकार उनकी मांगों को, या अस्थायी टीचर्स हैं जो उनकी मांगों को मान सकती है, लेकिन इसके लिए टीचर्स को एक परीक्षा पास करनी होगी। इसको लेकर शिक्षकों के साथ शीघ्र ही बात की जाएगी। पंजाब के शिक्षा मंत्री विजय इंदर सिंगला ने कहा कि राव टीचर्स और ईटीटी टेस्ट पास टीचर्स यूनियन के नेताओं से मुलाकात के बाद कहा कि सरकार अध्यापकों की सभी मांगों को मानना चाहती है और इस संबंध में उन्होंने प्रतिनिधिमंडल को अपने साथियों से हाथ मिलाने को कहा है। कच्चे अध्यापकों के मुद्दे पर के बारे में सिंगला ने कहा कि वह उन सभी को शिक्षा विभाग में पक्का करना चाहते हैं, लेकिन उन्हें एक परीक्षा देनी होगी। सिंगला ने यह भी कहा कि जो शिक्षक टंकियां या इमारतों पर चढ़े हैं उन्हें नीचे उतारना चाहिए और अध्यापकों को धरना खत्म करना चाहिए। टेस्ट पास अध्यापकों की मांगों को लेकर सिंगला ने कहा कि उनकी मांग मान ली गई है कि सभी पदों को एक साथ भरा जाएगा। बस ईटीटी बेरोਜ਼ਗਾਰ यूनियन वालिਆਂ ਨਾਲ ਤੇ ਦੂਜੀ ਸੀ ਸਾਡੀ ਆਪਣਾ ਜਿਹੜੇ ਸਾਡੇ ਕੱਚੇ ਅਧਿਆਪਕ ਹੈ, ਦੋਨਾਂ ਨਾਲ ਜੋ ਮੰਗਾਂ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਮਨਜ਼ੂਰੀ ਕੀਤੀ ਹੈ। ਮਨਜ਼ੂਰੀ ਕਰਨ ਵਾਸਤੇ ਅਸੀਂ ਪ੍ਰਸਤਾਵ ਰੱਖਿਆ ਔਰ ਉਹਨਾਂ ਨੂੰ ਸਾਰਿਆਂ ਨੂੰ ਕਿਹਾ, ਉਹਨਾਂ ਨੇ ਕਿਹਾ ਅਸੀਂ ਆਪਣੇ ਲੋਕਾਂ ਨਾਲ ਗੱਲਬਾਤ ਕਰਾਂਗੇ। ਆ ਸਾਡੇ ਵੱਲੋਂ ਅਸੀਂ ਪੂਰੀ ਅਸ਼ੋਰੈਂਸ ਦਿੱਤੀ ਹੈ। ਜੇ ਕੋਈ ਤੁਸੀਂ ਸਪੈਸੀਫਿਕੇਸ਼ਨਸ ਜਾਣਨਾ ਚਾਹੁੰਦੇ ਹੋ ਮੈਂ ਉਹਦੇ ਵਾਸਤੇ ਵੀ ਕਹਿਣ ਨੂੰ ਤਿਆਰ ਹਾਂ, ਬਟ ਲੇਕਿਨ ਬੈਟਰ ਰਹੂਗਾ ਕਿ ਜਿਹੜੀਆਂ ਜਥੇਬੰਦੀ ਦੇ ਲੋਕ ਹੈ ਉਹ ਤੁਹਾਡੇ ਨਾਲ ਆ ਕੇ ਆਪਣੀ ਗੱਲ ਰੱਖਣ ਕਿ ਉਹਨਾਂ ਨੂੰ ਕਿੰਨੀ ਸੈਟੀਸਫੈਕਸ਼ਨ। ਤੁਸੀਂ ਕਿਸ ਤਰ੍ਹਾਂ ਦਾ ਪ੍ਰਪੋਜ਼ਲ ਦਿੱਤਾ ਹੈ ਜੀ? ਨਹੀਂ ਪ੍ਰਪੋਜ਼ਲ ਮਤਲਬ ਸਾਡੇ ਵੱਲੋਂ ਤਾਂ ਜਿਸ ਤਰ੍ਹਾਂ ਈਟੀਟੀ ਵਾਲਿਆਂ ਦੀ ਤਾਂ ਇੱਕੋ ਹੀ ਮੰਗ ਹੈਗੀ ਸੀਗੀ ਕਿ ਸਾਡੀਆਂ ਜਿਹੜੀਆਂ ਪੋਸਟਾਂ ਉਹ ਜਿੰਨੀਆਂ ਵੱਧ ਤੋਂ ਵੱਧ ਨਿਕਲ ਸਕਣ ਉਹ ਕਢਵਾ ਦਿਓ ਤੇ ਸਾਡੀਆਂ ਸਾਰੀਆਂ ਪੋਸਟਾਂ ਇਕੱਠੀਆਂ ਆ ਜਾਣ ਤਾਂ ਕਿ ਸਾਰੇ ਬੱਚੇ ਇਕੱਠੇ ਅਪਲਾਈ ਕਰ ਸਕਣ। ਤੇ ਉਹ ਸਾਰੀ ਅਸੀਂ ਜਿੰਨੀਆਂ ਪੋਸਟਾਂ ਸਾਡੇ ਕੋਲੇ 31 ਮਾਰਚ 2022 ਤੱਕ ਵੇਕੈਂਟ ਹੋਣੀਆਂ ਉਹ ਸਾਰੀਆਂ ਪੋਸਟਾਂ ਨੂੰ ਅਸੀਂ ਕੰਬਾਈਨ ਕਰਕੇ ਇੱਕੋ ਐਡਵਰਟਾਈਜ਼ਮੈਂਟ ਕੱਢਣ ਵਾਸਤੇ ਉਹਨਾਂ ਨੂੰ ਨਹੀਂ ਅਸੀਂ ਉਹਨਾਂ ਨੂੰ ਪਹਿਲਾਂ ਵੀ ਯੈਸ ਕੀਤੀ ਹੋਈ ਹੈ, ਪਰ ਸਾਨੇ ਸਿਰਫ ਇੱਕੋ ਗੱਲ ਕਹੀ ਸੀ ਕਿ ਜੇ ਤੁਸੀਂ ਤੁਹਾਡਾ ਸਾਥੀ ਟੈਂਕੀ ਤੇ ਚੜਿਆ ਹੈ ਉਹਨੂੰ ਥੱਲੇ ਉਤਾਰ ਲਓ ਤਾਂ ਕਿ ਉਹ ਵੀ ਪੜ੍ਹ ਕੇ ਵਿਚਾਰਾ ਰਿਕਰੂਟ ਹੋ ਸਕੇ। ਔਰ ਅਸੀਂ ਜਦ ਤੁਹਾਡੀਆਂ ਮੰਗਾਂ ਨੂੰ ਮੰਨ ਰਹੇ ਹਾਂ, ਤੁਹਾਡੀਆਂ ਜਿਹੜੀਆਂ ਗੱਲਾਂ ਨੂੰ ਮੰਨ ਰਹੇ ਤਾਂ ਤੁਹਾਡਾ ਵੀ ਫਰਜ਼ ਬਣਦਾ ਕਿ ਆਪਣੇ ਧਿਰਾਣਾ ਨੂੰ ਚੱਕੋ। ਤਾਂ ਕੱਚੇ ਮੁਲਾਜ਼ਮਾਂ ਵਾਲਿਆਂ ਦੀ ਗੱਲ ਹੈ, ਉਹਨਾਂ ਵਾਸਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਟੀਚਾ ਇਹ ਹੈਗਾ ਕਿ ਉਹ ਲੋਕਾਂ ਨੇ ਬੜੇ ਲੰਬੇ ਸਮਾਂ ਸਾਡੇ ਮਹਿਕਮੇ ਵਿੱਚ ਬਤੌਰ ਵੱਖ-ਵੱਖ ਵੋਲੰਟੀਅਰਸ ਕੰਮ ਕੀਤਾ ਹੈ ਔਰ ਸਰਕਾਰ ਦਾ ਜੋ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਵਿੱਚ ਐਨਰੋਲਮੈਂਟ ਹੋਈ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਔਰ ਸਰਕਾਰ ਉਹਨਾਂ ਨੂੰ ਪ੍ਰੀ ਪ੍ਰਾਇਮਰੀ ਟੀਚਰਸ ਲਗਾਉਣ ਵਾਸਤੇ ਹਮੇਸ਼ਾ ਕੋਸ਼ਿਸ਼ 'ਚ ਰਹਿੰਦੀ ਹੈ ਤਾਂ ਕਿ ਸਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਦੀ ਨੌਕਰੀ ਲੱਗ ਸਕੇ ਜਾਂ ਸਾਰੇ ਬੱਚਿਆਂ ਦੀ ਨੌਕਰੀ ਲੱਗ ਸਕੇ। ਇਹ ਸਰਕਾਰ ਦਾ ਟੀਚਾ ਹੈ ਔਰ ਉਹਦਾ ਦਾ ਟੈਸਟ ਹੋਣਾ ਹੈ ਤੇ ਟੈਸਟ ਹੋਣ ਤੋਂ ਬਾਅਦ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਸਿਲੈਕਟ ਹੋ ਜਾਣਗੇ ਔਰ ਜੋ ਉਹਨਾਂ ਦੀਆਂ ਮੰਗਾਂ ਸੀ ਅਸੀਂ ਉਹਨਾਂ ਨੂੰ ਵੀ ਆਪਣੇ ਵੱਲੋਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਉਹ ਚਾਹੁੰਦੇ ਸੀ ਟੈਸਟ ਹੋਵੇ, ਉਹਨਾਂ ਨੇ ਟੈਸਟ ਵਾਸਤੇ ਕਦੇ ਨਹੀਂ ਕੀ, ਬਿਕੋਜ਼ ਉਹ ਕਾਬਲ ਤੇ ਮਿਹਨਤੀ ਟੀਚਰਸ ਹੈ ਔਰ ਟੈਸਟ ਵਾਸਤੇ ਕਦੇ ਵੀ ਭੱਜੇ ਨਹੀਂ ਤੇ ਉਹਨਾਂ ਨੇ ਜੋ ਉਹਨਾਂ ਨੇ ਮੰਗਾਂ ਰੱਖੀਆਂ ਸੀ ਅਸੀਂ ਉਹਨਾਂ ਨੂੰ ਵੀ ਸਵੀਕਾਰ ਕੀਤਾ ਔਰ ਮੈਨੂੰ पूरी उम्मीद है कि ਜਿਹੜੇ दोनों कार्डर्स हैं वो पूरे सेटिस्फाइड होंगे। पंजाब सरकार कच्चे अध्यापकों की मांगों को पूरा करने के लिए तैयार हो गई है। बैठक के बाद रॉ वर्कर्स यूनियन के नेता गगन अबोहर ने कहा कि सरकार कच्चे शिक्षकों को स्थायी करने के लिए राजी हो गई है। उन्होंने कहा कि बुधवार को होने वाली बैठक में सरकार कच्चे शिक्षकों को स्थायी करने का संकल्प लेकर आ सकती है, लेकिन इसके बावजूद उनका संघर्ष जारी रहेगा। इमारतों पर चलने वाले अध्यापकों के बारे में उन्होंने कहा कि जिनसे मिलने के बाद ही यह तय होगा कि शिक्षक नीचे आएंगे या नहीं। ਜਿਵੇਂ ਇਹਨਾਂ ਨੇ ਪਿਛਲੀਆਂ ਭਰਤੀਆਂ 'ਚ ਬੈਨੀਫਿਟ ਦਿੱਤੇ ਆ ਕੱਚੇ ਮੁਲਾਜ਼ਮਾਂ ਨੂੰ ਤਾਂ ਉਹ ਗੱਲ ਕੀਤੀ ਗਈ, ਉਸ ਗੱਲ ਤੇ ਉਹ ਸਹਿਮਤੀ ਦਿੱਤੀ ਆ ਉਹਨਾਂ ਨੇ ਵੀ ਅਸੀਂ ਜਿਹੜਾ ਕਰ ਦਿੰਨੇ ਆ ਤੁਹਾਡਾ ਪੇਪਰ ਉਹ ਤਜਰਬਾ ਪਾ ਦਿੰਨੇ ਆ। ਨੰਬਰ ਦੀ ਕੋਈ ਗੱਲ ਨਹੀਂ ਕੀਤੀ ਜੀ, ਉਹਦੇ ਵਿੱਚ ਮਤਲਬ ਐਕਸਪੀਰੀਅੰਸ ਹੀ ਪਾਇਆ। ਜਿਹੜੇ ਪਿਛਲੀਆਂ ਭਰਤੀਆਂ ਹੋਈਆਂ ਉਹਨਾਂ 'ਚ ਵੀ ਨੰਬਰ ਨਹੀਂ ਦਿੱਤਾ, ਸਿਰਫ ਐਕਸਪੀਰੀਅੰਸ ਹੀ ਪਾਇਆ। ਨੈਕਸਟ ਜਿਹੜੀ ਗੱਲਬਾਤ ਹੋਈ ਹੈ ਉਹ ਇਹ ਹੋਈ ਹੈ ਵੀ ਜਿਨ੍ਹਾਂ ਦੇ ਕੋਲ ਬੇਸਿਕ ਕੁਆਲੀਫਿਕੇਸ਼ਨ ਨਹੀਂ ਹੈਗੀ ਐਂਟੀਟੀ ਉਹਨਾਂ ਲਈ ਉਹ ਤਨਖਾਹ ਦੇ ਵਾਧੇ ਦੀ ਗੱਲ ਕਰ ਰਹੇ ਆ। ਜੇ ਕਲੀਅਰ ਨਹੀਂ ਕੀਤੀ ਵੀ ਕਿੰਨਾ ਵਾਧਾ ਕੀਤਾ ਜਾ ਰਿਹਾ। ਤੇ ਅਗਲੀ ਗੱਲ ਜਿਹੜੀ ਉਹ ਧਰਨੇ ਤੇ ਗੱਲ ਆ ਗਈ ਸੀ ਵੀ ਤੁਸੀਂ ਜਿਹੜੇ ਸਾਥੀ ਆਪਦੇ ਉੱਪਰੋਂ ਉਤਾਰੋ ਤੇ ਧਰਨਾ ਕਲੀਅਰ ਕਰੋ, ਇੱਥੋਂ ਖਤਮ ਕਰੋ ਤੇ ਅਸੀਂ ਬੁੱਧਵਾਰ ਤੁਹਾਡਾ ਕੈਬਨਿਟ 'ਚ ਮਤਾ ਪਾਸ ਕਰਾਂਗੇ। ਸਾਡੀ ਉਸ ਗੱਲ ਤੇ ਸਹਿਮਤੀ ਇਕੱਲਿਆਂ ਦੀ ਨਹੀਂ ਬਣੀ ਕਿਉਂਕਿ ਜਿਹੜੇ ਸਾਥੀ ਉੱਤੇ ਬਿਲਡਿੰਗ ਤੇ ਅਸੀਂ ਇਹ ਫੈਸਲਾ ਕੀਤਾ ਵੀ ਅਸੀਂ ਉਹਨਾਂ ਤੋਂ ਰਾਏ ਲਏ ਬਿਨਾਂ ਫੈਸਲਾ ਨਹੀਂ ਦੇ ਸਕਦੇ। ਅਸੀਂ ਇੱਥੇ ਫੈਸਲਾ ਦੇ ਜੀਏ ਉਹ ਉੱਥੇ ਅੜ ਜਾਣ ਵੀ ਅਸੀਂ ਤਾਂ ਲੈਂਦੇ ਨਹੀਂ, ਤੁਸੀਂ ਲਿਖਤ ਕੁਛ ਨਹੀਂ ਲੈ ਕੇ ਆਏ ਕਿਉਂਕਿ ਇਹ ਰਿਟਨ ਕੁਛ ਵੀ ਨਹੀਂ ਕੀਤਾ ਇਹਨਾਂ ਨੇ। ਰਿਟਨ ਕੈਬਨਿਟ 'ਚ ਹੋਣਾ ਅਗਲੇ ਐਤਵਾਰ ਬੁੱਧਵਾਰ। ਤਾਂ ਅਸੀਂ ਸਾਰੀ ਇਸ ਗੱਲ ਤੇ ਛੱਡ ਕੇ ਆਏ ਹਾਂ ਵੀ ਅਸੀਂ ਸਾਡੇ ਸਾਥੀਆਂ ਦੇ ਨਾਲ ਸਾਰੀ ਗੱਲਬਾਤ ਰੱਖ ਕੇ ਹੀ ਤੁਹਾਨੂੰ ਅਗਲਾ ਫੈਸਲਾ ਦੇਵਾਂਗੇ। ਪ੍ਰੋਟੈਸਟ ਜਾਰੀ ਰਹੂਗਾ,
ਪ੍ਰੋਟੈਸਟ ਨਾ ਕਰਦੇ ਤਾਂ 27 ਤਰੀਕ ਨੂੰ ਸਾਡੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ। ਸਾਰਾ ਪ੍ਰੋਟੈਸਟ ਦੇ ਸਿਰ ਤੇ ਹੈ, ਜਨਤਾ ਦੇ ਸਿਰ ਤੇ ਹੈ। ਪ੍ਰੋਟੈਸਟ ਸਾਡਾ ਜਾਰੀ ਰਹੂਗਾ। ਕੱਲ ਜਿਹੜਾ ਸੰਘਰਸ਼ ਹੋਇਆ ਸਾਨੂੰ ਖੁਦ ਨੂੰ ਲੱਗਦਾ ਸੀ ਵੀ 5-7 ਸਾਡੀਆਂ ਅੱਜ ਸ਼ਹਾਦਤਾਂ ਹੋ ਜਾਣਗੀਆਂ। ਤੁਸੀਂ ਮੌਕੇ ਤੇ ਮੌਜੂਦ ਸੀ, ਤੁਹਾਨੂੰ ਪਤਾ ਕੀ ਕੁਝ ਹੋਇਆ ਉੱਥੇ। ਤਾਂ ਪ੍ਰੋਟੈਸਟ ਜਿਹੜਾ ਅਸੀਂ ਕਸਮ ਖਾ ਕੇ ਤੁਰੇ ਆ ਵੀ ਅਸੀਂ ਜਿਹੜਾ ਵਾਪਸ ਨਹੀਂ ਲੈਣਾ ਜਦੋਂ ਤੱਕ ਸਾਨੂੰ ਹੱਕ ਨਹੀਂ ਮਿਲਦੇ, ਉਹ ਇੱਕ ਵਾਰੀ ਕੰਟੀਨਿਊ ਚੱਲੂਗਾ। ਬਾਕੀ ਅਸੀਂ ਸਾਥੀਆਂ ਨਾਲ ਉੱਤੋਂ ਲਾਉਣ ਦੀ ਜਿਹੜੀ ਗੱਲ ਹੈ, ਉਹ ਜਿਹੜੇ ਸਾਥੀ ਉੱਤੇ ਚੜੇ ਆ ਉਹਨਾਂ ਦਾ ਰਾਈਟ ਬਣਦਾ ਹੈ ਇਸ ਫੈਸਲੇ 'ਚ ਇਨਵੋਲਵ ਹੋਣ ਦਾ। ਉਹ ਸਾਥੀ ਜਿਵੇਂ ਕਹਿਣਗੇ, ਜੋ ਸਾਡੀ ਮੀਟਿੰਗ 'ਚ ਫੈਸਲਾ होगा वो ਅਸੀਂ फैसला देंगे। जहां एक तरफ अस्थायी टीचर्स का प्रदर्शन चल रहा है, वहीं पंजाब स्कूल एजुकेशन बोर्ड के कर्मचारियों ने भी प्रदर्शन किया है। इन प्रदर्शन करने वाले कर्मचारियों का कहना था कि उनको जून माह का वेतन नहीं मिला है और इन कर्मचारियों के साथ यहाँ से रिटायर्ड हुए कर्मचारी भी शामिल हो गए। इन रिटायर्ड कर्मचारियों का भी कहना था कि उनकी पेंशन उनके अकाउंट्स में जून माह की नहीं आई है। सभी ने मिलकर प्रदर्शन किया और सरकार से अपील की, गुहार लगाई कि उनके वेतन और रिटायर्ड कर्मचारियों की पेंशन उनके अकाउंट में शीघ्र डाली जाए। मोहाली में वीरवार को अलग अलग कर्मचारी संगठनों की ओर से छठे वेतन आयोग की कापियां जलाई गई। वहीं पंजाब स्कूल शिक्षा बोर्ड के कर्मचारियों व सेवानिवृत्त कर्मचारियों ने जून महीने का वेतन व पेंशन न मिलने पर संयुक्त रूप से पंजाब सरकार के खिलाफ प्रदर्शन व अपना रोष व्यक्त किया। पंजाब स्कूल एजुकेशन बोर्ड कर्मचारी एसोसिएशन की अगुवाई में कर्मचारियों व सेवानिवृत्त कर्मचारियों ने वेतन व पेंशन न मिलने पर बोर्ड का गेट बंद कर पंजाब सरकार के खिलाफ प्रदर्शन किया और छठे वेतन आयोग की कापियां जलाई गई। कर्मचारी नेता परमिंदर सिंह खंगूड़ा ने सरकार को चेतावनी दी है, कर्मचारियों को जल्द वेतन दिया गया और सेवानिवृत्त कर्मचारियों को पेंशन ना मिली तो बोर्ड कर्मचारी कमल छोड़ हड़ताल पर चले जाएंगे और अधिकारियों का घेराव करने को मजबूर हो जाएंगे। देखो जी, ਜਿਹੜਾ ਅੱਜ ਸਾਡਾ ਪ੍ਰਦਰਸ਼ਨ ਆ ਇਹਦੇ ਵਿੱਚ ਸਾਡੀ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਤੇ ਸਾਡੀ ਰਿਟਾਇਰੀ ਸਾਥੀਆਂ ਦੀ ਜਿਹੜੀ ਜਥੇਬੰਦੀ ਆ, ਅਸੀਂ ਰਲ ਕੇ ਪ੍ਰੋਟੈਸਟ ਕਰ ਰਹੇ ਹਾਂ, ਮੁਜ਼ਾਹਰਾ ਕਰ ਰਹੇ ਹਾਂ, ਕਿਉਂਕਿ ਬੋਰਡ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਕਿ ਸਾਡੇ ਬੋਰਡ ਦਾ ਜਿਹੜਾ ਖਜ਼ਾਨਾ ਉਹ ਬਿਲਕੁਲ ਖਾਲੀ ਹੋ ਚੁੱਕਿਆ। ਅੱਜ 8 ਤਰੀਕ ਹੋ ਗਈ, ਨਾ ਸਾਨੂੰ ਪੈਨਸ਼ਨ ਮਿਲੀ ਆ, ਨਾ ਸਾਨੂੰ ਤਨਖਾਹ ਮਿਲੀ ਆ। ਸੋ ਸਾਡੀਆਂ ਬੜੀਆਂ ਵਿੱਤੀ ਲੋੜਾਂ ਹੁੰਦੀਆਂ ਨੇ ਹਰ ਇੱਕ ਮੁਲਾਜ਼ਮ ਦੀਆਂ। ਅਸੀਂ ਤੰਗ ਆ ਕੇ ਅੱਜ ਮੁਜ਼ਾਹਰੇ ਦੇ ਰਾਹ ਫੜੇ ਆ, ਕਿਉਂਕਿ ਅਸੀਂ ਪਿਛਲੇ 1 ਮਹੀਨੇ ਤੋਂ ਸਰਕਾਰ ਨਾਲ ਵੀ ਰਾਬਤਾ ਕਾਇਮ ਕਰ ਰਹੇ ਹਾਂ, ਬੋਰਡ ਮੈਨੇਜਮੈਂਟ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਵੀ ਸਾਡਾ ਜਿਹੜਾ ਸਰਕਾਰ ਵੱਲ ਰਹਿੰਦਾ ਬਕਾਇਆ ਉਹ ਲਗਭਗ 427 ਕਰੋੜ ਤਾਂ ਇੱਕ ਆ ਤੇ 20 ਕਰੋੜ ਸਾਡਾ ਬਿਲਡਿੰਗ ਦਾ ਕਿਰਾਇਆ। ਸਰਕਾਰ ਸਾਨੂੰ ਸਾਡਾ ਪੈਸਾ ਨਹੀਂ ਦੇ ਰਹੀ। ਇੱਕ ਬੜੀ ਹਾਸੋਹੀਣ ਗੱਲ ਆ ਵੀ ਪੰਜਾਬ ਸਰਕਾਰ ਬੋਰਡ ਨੂੰ ਇੱਕ ਹੁਕਮ ਜਾਰੀ ਕਰ ਦਿੰਦੀ ਆ ਵੀ ਤੁਸੀਂ ਜਿਹੜੀਆਂ ਕਿਤਾਬਾਂ ਨੇ ਪ੍ਰਿੰਟ ਕਰਕੇ 15 ਮਾਰਚ ਤੱਕ ਸਕੂਲਾਂ 'ਚ ਪਹੁੰਚਦੀਆਂ ਕਰ ਦਿਓ। ਸਾਡੇ ਬੋਰਡ ਨੇ ਇੱਕ ਜ਼ਿੰਮੇਵਾਰੀ ਸਮਝ ਕੇ 15 ਮਾਰਚ 2021 ਤੱਕ ਸਾਰੀਆਂ ਕਿਤਾਬਾਂ ਅਸੀਂ ਸਪਲਾਈ ਕਰਤੀਆਂ। ਬੋਰਡ ਨੇ ਜਿਹੜੀ ਹੋਰ ਇਨਕਮ ਸੋਰਸ ਨੇ ਉਹ ਪੈਸਾ ਵੀ ਕਿਤਾਬਾਂ ਤੇ ਲਾ ਚੁੱਕੇ ਹਾਂ ਅਸੀਂ, ਪਰ ਸਰਕਾਰ ਜਿਹੜੀਆਂ ਕਿਤਾਬਾਂ ਫਰੈਸ਼ ਇਸ ਈਅਰ ਦੀਆਂ ਪ੍ਰਿੰਟ ਕਰਾਈਆਂ ਨੇ ਸਾਨੂੰ ਉਹਦਾ ਪੈਸਾ ਵੀ ਨਹੀਂ ਦੇ ਰਹੇ। ਇਸ ਤੋਂ ਬਿਨਾਂ ਸਾਡਾ ਪੁਰਾਣਾ ਬਕਾਇਆ ਬਹੁਤ ਖੜਾ ਸਰਕਾਰ ਵੱਲ। ਸੋ ਕਹਿਣ ਤੋਂ ਬਾਅਦ ਪੰਜਾਬ ਸਰਕਾਰ ਸਾਡਾ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਇੱਕ ਐਦਾਂ ਦਾ ਵਤੀਰਾ ਕਰ ਰਹੀ ਆ ਵੀ ਜਿਵੇਂ ਪੰਜਾਬ ਦਾ ਬੋਰਡ ਨਾ ਹੋਵੇ, ਇਹ ਕਿਸੇ ਹੋਰ ਸਟੇਟ ਦਾ ਬੋਰਡ ਹੋਵੇ। ਸੋ ਪੈਨਸ਼ਨ ਕਿਉਂ ਨਹੀਂ ਮਿਲ ਰਹੀ? ਜਿਹੜੇ ਰਿਟਾਇਰ ਹੋ ਰਹੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਜਾਂ ਜਿਹੜੇ ਰਿਟਾਇਰ ਹੋ ਚੁੱਕੇ ਉਹਨਾਂ ਨੂੰ ਮਿਲ ਰਹੀ ਹੈ? ਕੀ ਇਹਨਾਂ ਨਵਾਂ ਜਿਹੜਾ ਦੇਖੋ ਜੀ, ਅੱਜ ਸਾਡੇ ਬੋਰਡ ਦੀ ਮੈਂ ਤੁਹਾਨੂੰ ਟੋਟਲ ਗਿਣਤੀ ਦੱਸਣ ਲੱਗਿਆ, ਤਕਰੀਬਨ 1100 ਦੇ ਕਰੀਬ ਅਸੀਂ ਰੈਗੂਲਰ ਤੇ ਕੰਟਰੈਕਟ ਮੁਲਾਜ਼ਮ ਕਰਦੇ ਹਾਂ, 500 ਦੇ ਕਰੀਬ ਸਾਡੇ ਡੇਲੀ ਬੇਸ ਕਰਮਚਾਰੀ ਨੇ ਤੇ 1600 ਦੇ ਕਰੀਬ ਸਾਡੇ ਪੈਨਸ਼ਨਰ ਸਾਥੀ ਨੇ। ਉਹਨਾਂ ਦੀਆਂ ਲਾਇਬਿਲਿਟੀਜ਼ ਨੇ ਜਿਹੜੀਆਂ ਪੈਨਸ਼ਨਰਾਂ ਦੀਆਂ, ਮੈਡੀਕਲ ਬਿੱਲ ਵਗੈਰਾ ਉਹ ਵੀ ਰੁਕੇ ਪਏ ਨੇ। ਤੋਂ ਕਹਿਣ ਤੋਂ ਬਾਅਦ ਬੋਰਡ ਦੇ ਵਿੱਚ ਵਿੱਤੀ ਹਾਲਤ ਇੰਨੀ ਮਾੜੀ ਹੋ ਚੁੱਕੀ ਆ ਵੀ ਸਾਡੇ ਜਿਹੜੇ ਰਿਟਾਇਰੀ ਸਾਥੀ ਅੱਜ ਤੋਂ 6 ਮਹੀਨੇ ਪਹਿਲਾਂ ਰਿਟਾਇਰ ਹੋ ਚੁੱਕੇ, ਉਹਨਾਂ ਨੂੰ GPF ਦੀ ਪੇਮੈਂਟ ਨਹੀਂ ਹੋਈ, ਉਹਨਾਂ ਲੀਵ ਇਨਕੈਸ਼ਮੈਂਟ ਨਹੀਂ ਹੋ ਰਿਹਾ। ਸੋ ਕਹਿਣ ਤੋਂ ਬਾਅਦ ਬੋਰਡ ਦਾ ਖਜ਼ਾਨਾ ਟੋਟਲੀ ਖਾਲੀ ਹੋ ਚੁੱਕਿਆ। ਸਰਕਾਰ ਦਾ ਸਾਡੇ ਵੱਲ ਕੋਈ ਧਿਆਨ ਨਹੀਂ। ਅੱਜ ਅਸੀਂ ਮੁਜ਼ਾਹਰਾ ਕਰਕੇ ਕਾਪੀਆਂ ਸਾੜ ਰਹੇ ਹਾਂ ਤੇ ਪੈਂਡਮ ਸਟ੍ਰਾਈਕ ਸਾਡੀ ਅੱਜ ਤੋਂ ਸ਼ੁਰੂ ਹੋ ਚੁੱਕੀ ਆ। ਕੱਲ ਨੂੰ ਪੈਂਡਮ ਸਟ੍ਰਾਈਕ ਰਹੂਗੀ ਸਾਡੀ। ਜੇਕਰ ਪੈਨਸ਼ਨ ਤੇ ਤਨਖਾਹ ਸਾਨੂੰ ਕੱਲ ਪਰਸੋਂ ਤੱਕ ਮਿਲਦੀ ਆ ਠੀਕ ਆ, ਨਹੀਂ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਪੈਂਡਮ ਸਟ੍ਰਾਈਕ ਆ ਸਾਡੀ ਕੰਟੀਨਿਊ ਅੱਗੇ ਜਾਰੀ ਰੱਖਾਂਗੇ ਅਸੀਂ। ਕੀ ਲੱਗਦਾ ਕਿ ਇਹ ਸਰਕਾਰ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਕਰਮਚਾਰੀਆਂ ਨਾਲ? ਸਰਕਾਰ ਦੀ ਕਿਹੜੀ ਮਜਬੂਰੀ ਹੋ ਸਕਦੀ ਹੈ? ਦੇਖੋ, ਸਰਕਾਰ ਦੀਆਂ ਮਜਬੂਰੀਆਂ ਬੜੀਆਂ ਨੇ। ਉਹਨਾਂ ਦੀ ਪਹਿਲੀ ਗੱਲ ਤਾਂ ਆਪਦੀ ਜਿਹੜੀ ਅੰਦਰ ਕਲੇਸ਼ ਚੱਲ ਰਿਹਾ ਉਹ ਵੀ ਉਹਨਾਂ ਦੀ ਮਜਬੂਰੀ ਹੋ ਗਈ ਆ। ਉਹਨਾਂ ਦਾ ਮੁਲਾਜ਼ਮਾਂ ਵੱਲ, ਪੰਜਾਬ ਦੀ ਪਬਲਿਕ ਵੱਲ, ਕਿਸਾਨਾਂ ਵੱਲ, ਮਜ਼ਦੂਰਾਂ ਵੱਲ, ਵਪਾਰੀਆਂ ਵੱਲ ਕਿਸੇ ਵਰਗ ਵੱਲ ਧਿਆਨ ਨਹੀਂ। ਸਿਰਫ ਇੱਕ 2022 ਦੀ ਇਲੈਕਸ਼ਨ ਦਿਖ ਰਹੀ ਆ। ਸੋ ਮੈਂ ਤੁਹਾਡੇ ਮੀਡੀਆ ਨਾਲ ਇੱਕ ਜ਼ਰੂਰ ਗੱਲ ਸਾਂਝੀ ਕਰੂੰਗਾ, ਵੋਟਾਂ ਅਸੀਂ ਲੋਕਾਂ ਨੇ ਪਾਉਣੀਆਂ ਨੇ। ਸਾਨੂੰ ਸਮੇਂ ਤੇ ਤਨਖਾਹ ਮਿਲ ਗਈ, ਅਸੀਂ ਇਹਨਾਂ ਦੇ ਗੁਣ ਗਾਵਾਂਗੇ ਵੀ ਸਾਨੂੰ ਮਿਹਨਤਾਂ ਨਾਲ ਮਿਲ ਗਿਆ, ਅਸੀਂ 1 ਮਹੀਨਾ ਕੰਮ ਕੀਤਾ, ਸਾਨੂੰ ਸਮੇਂ ਤੇ ਪੈਨਸ਼ਨ ਤਨਖਾਹ ਮਿਲ ਗਈ। ਜੇ ਸਾਨੂੰ ਇਹ ਚੀਜ਼ਾਂ ਦੇਣਗੇ ਨੇ ਤਾਂ 22 ਦੀ ਇਲੈਕਸ਼ਨ ਸਿਰ ਤੇ ਆ ਚੁੱਕੀ ਆ। ਸਹੀ ਮੁਲਾਜ਼ਮਾਂ ਦਾ ਪਹਿਲਾਂ ਹੀ ਸਾਡਾ ਦੁਖੀ ਹੋਏ ਪਿਆ ਕਿਉਂਕਿ ਪੇ ਕਮਿਸ਼ਨ ਸਾਡਾ ਲੰਗੜਾ ਆ ਸਾਨੂੰ। ਸੋ ਕਹਿਣ ਤੋਂ ਬਾਬਾ ਜੀ ਸਾਰੀ ਤੰਗ ਚੱਲ ਰਹੇ ਆ ਤੇ ਸਰਕਾਰ ਦੀ ਜਿਹੜੀ ਨੀਅਤ ਤੇ ਨੀਤੀ ਆ ਉਹ ਬੜੀ ਮਾੜੀ ਆ।
ਕਿਤੇ ਇਹ ਤਾਂ ਨਹੀਂ ਕਿ ਬੋਰਡ ਨੂੰ ਤਾਲਾ ਲਾਉਣ ਦੀ ਤਿਆਰੀ ਦੇ ਵਿੱਚ ਹੋਵੇ? ਦੇਖੋ ਜੀ, ਗੱਲਾਂ ਤਾਂ ਇਹੀ ਲੱਗ ਰਹੀਆਂ ਨੇ। ਪਹਿਲਾਂ ਸਾਡੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਏ ਸੀ, ਉਹਨਾਂ ਨੇ ਪੋਸਟਾਂ ਖਤਮ ਕਰੀਆਂ 748, 452 ਫੇਰ ਕਰਤੀਆਂ, 1200 ਪੋਸਟ ਖਤਮ ਕਰ ਚੁੱਕੇ। ਬੋਰਡ ਨੂੰ ਬਕਾਇਆ ਨਹੀਂ ਦੇ ਰਹੇ, ਮੁਲਾਜ਼ਮਾਂ 'ਚ ਹਾਹਾਕਾਰ ਮੱਚੀ ਪਈ ਆ। ਸੋ ਹਾਲਾਤ ਤਾਂ ਇਹੀ ਬਣੀ ਜਾਂਦੇ ਨੇ ਵੀ ਇਹਨਾਂ ਦੀ ਜਿਹੜੀ ਨੀਅਤ ਜਾਂ ਨੀਤੀ ਆ ਉਹ ਬੋਰਡ ਬੜੀ ਮਾੜੀ ਆ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਰਿਟਾਇਰੀ ਸਾਥੀ ਰਿਟਾਇਰੀ ਯੂਨੀਅਨ ਨਾਲ ਖੜੀ ਆ, ਸਾਨੂੰ ਜੋ ਵੀ ਪ੍ਰੋਟੈਸਟ ਕਰਨਾ ਪਿਆ ਅਸੀਂ ਹਰ ਪੱਖੋਂ ਤਿਆਰ ਆ, ਪਰ ਬੋਰਡ ਦੇ ਤੇ ਅਸੀਂ ਕੋਈ ਇਦਾਂ ਦਾ ਹਾਲਾਤ ਨਹੀਂ ਆਉਣ ਦੇਣੇ ਵੀ ਸਾਡੇ ਬੋਰਡ ਨੂੰ ਜਿੰਦਾ ਲੱਗੇ ਜੀ। ਆਪਣੇ ਬੋਰਡ 'ਚ ਅਧਿਕਾਰੀ ਵੀ ਬੈਠੇ ਆ, ਕੀ ਤੁਸੀਂ ਐਜ਼ ਅ ਪ੍ਰਧਾਨ ਹੋਣ ਦੇ ਨਾਤੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਨਾ ਉਚਿਤ ਨਹੀਂ ਸਮਝਦੇ ਸੀ? ਦੇਖੋ ਜੀ, ਉਹਨਾਂ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ, ਲਿਖਤੀ ਬਹੁਤ ਵਾਰੀ ਦੇ ਚੁੱਕੇ ਆ। ਪਰਸੋਂ ਅਸੀਂ ਮੀਡੀਆ ਰਾਹੀਂ ਵੀ ਨੋਟਿਸ ਦਿੱਤਾ ਸੀ ਵੀ 7 ਤਰੀਕ ਤੱਕ ਜੇਕਰ ਤਨਖਾਹ ਪੈਨਸ਼ਨ ਨਾ ਜਾਰੀ ਹੋਈ ਤਾਂ ਅਸੀਂ 8 ਤੋਂ ਪੈਂਡੋਂ ਸਟ੍ਰਾਈਕ ਤੇ ਜਾਵਾਂਗੇ। ਸੋ ਉਹ ਵੀ ਬੇਬਸ ਨੇ, ਉਹਨਾਂ ਕੋਲ ਇੱਕੋ ਹੀ ਜਵਾਬ ਆ, ਸਰਕਾਰ 'ਚ ਸਾਡੀ ਗੱਲ ਚੱਲ ਰਹੀ ਆ, ਪੈਸੇ ਆ ਜਾਣਗੇ। ਸੋ ਅਸੀਂ ਇੱਕ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਆ ਵੀ ਕਦੋਂ ਪੈਸੇ ਭੇਜਣਗੇ, ਕਦੋਂ ਪੈਨਸ਼ਨ ਦੀ ਤਨਖਾਹ ਸਾਨੂੰ ਮਿਲੇਗੀ। ਤਨਖਾਹ ਹੈਗੀ ਹੈ, ਕਿੰਨੇ ਮਹੀਨੇ ਦੀ ਪੈਨਸ਼ਨ ਹੈ? ਇਹ ਜੂਨ ਮਹੀਨੇ ਦੀ ਪੈਨਸ਼ਨ ਤੇ ਤਨਖਾਹ ਸਾਡੀ ਜੂਨ ਮਹੀਨੇ ਦੀ ਉਹ ਜੁਲਾਈ 'ਚ ਪਈ ਹੋਣੀ ਹੈ ਸਾਨੂੰ। ਜੀ ਮੜਾ ਕੀ ਨਾਂ ਕੀ ਹੈ ਜੀ ਆਪਣਾ? ਅਮਰ ਸਿੰਘ ਢਾਲੀਵਾਲ। ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਨੂੰ ਐਤਕੀ ਪਿਛਲੇ ਮਹੀਨੇ ਵੀ ਸਾਨੂੰ 8 ਤਰੀਕ ਨੂੰ ਪੈਨਸ਼ਨ ਮਿਲੀ ਸੀ, ਤਨਖਾਹਾਂ ਵੀ ਲੇਟ ਮਿਲੀਆਂ ਸੀ। ਬੋਰਡ ਦੀ ਵਿੱਤੀ ਹਾਲਤ ਬਹੁਤ ਮਾੜੀ ਕਰਤੀ ਪੰਜਾਬ ਸਰਕਾਰ ਨੇ, ਕਿਉਂਕਿ ਪੰਜਾਬ ਸਰਕਾਰ ਬੋਰਡ ਦਾ ਪੈਸਾ ਨਹੀਂ ਦਿੰਦੀ। ਕਿਤਾਬਾਂ ਦਾ ਪੈਸਾ ਸਰਕਾਰ ਕੋਲ ਪਿਆ ਲਗਭਗ 450 ਕਰੋੜ ਰੁਪਇਆ, ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਅਗਲੇ ਹਫ਼ਤੇ 1-2 ਦਿਨਾਂ 'ਚ ਨਾ ਤਨਖਾਹ ਨਾ ਪੈਨਸ਼ਨ ਮਿਲੀ ਤਾਂ ਹੋ ਸਕਦਾ ਅਸੀਂ ਅਧਿਕਾਰੀਆਂ ਨੂੰ ਵੀ ਅੰਦਰ ਵੜਨ ਤੋਂ ਬੰਦ ਕਰ ਦਾਂਗੇ, ਬੋਰਡ ਦਾ ਅਸੀਂ ਜਿੰਦਾ ਲਾ ਦਾਂਗੇ। ਇਸ ਤੋਂ ਉਪਰੰਤ ਸਾਨੂੰ ਹੋ ਸਕਿਆ ਕਰਨਾ ਪਿਆ ਤਾਂ ਅਸੀਂ DPI ਦਫ਼ਤਰ ਦਾ ਵੀ ਘਿਰਾਓ ਕਰਾਂਗੇ, ਕਿਉਂਕਿ ਸਾਡੀ ਬਿਲਡਿੰਗ ਦਾ ਉਹ ਕਿਰਾਇਆ ਦੱਬੀ ਬੈਠੇ ਹਾਂ, ਬਕਾਇਆ ਲਗਭਗ 20 ਕਰੋੜ ਰੁਪਇਆ ਉਹ ਕਿਰਾਇਆ ਨਹੀਂ ਦਿੰਦੇ। ਅਸੀਂ DPI ਦੇ ਦਫ਼ਤਰ ਦਾ ਵੀ ਘਿਰਾਓ ਕਰਾਂਗੇ। ਪਹਿਲਾਂ ਵੀ ਅਸੀਂ ਇੱਕ ਵਾਰੀ ਕੀਤਾ ਸੀ, ਉਦੋਂ ਸਾਰੇ ਹਿੱਲ ਗਏ ਸੀ। ਅਸੀਂ ਪੰਜਾਬ ਸਰਕਾਰ ਨੂੰ, ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹਾਂ कि ਅਸੀਂ ਕਿਸੇ ਸਮੇਂ ਵੀ ਇੱਥੇ ਕਿਸੇ ਦਾ ਵੀ ਘਿਰਾਓ ਕਰ ਸਕਦੇ ਹਾਂ। चंडीगढ़ प्रशासन कोरोना पर अभी भी कोताही बरतने को तैयार नहीं है। जहां कोरोना के जो मामले हैं वो ना के बराबर हैं, लेकिन इसके बावजूद भी चंडीगढ़ प्रशासन कोई कोताही बरतने को दिखाई नहीं दे रहा है। इसी सिलसिले को आगे बढ़ाते हुए प्रशासन द्वारा स्वास्थ्य विभाग द्वारा सुखना लेक पर वैक्सीनेशन कैंप लगाया गया। इस कैंप की लोगों ने सराहना भी की। चंडीगढ़ स्वास्थ्य विभाग की ओर से लगातार यह प्रयास किया जा रहा है कि ज़्यादा से ज़्यादा लोगों को वैक्सीन लगाई जाए ताकि कोरोना के इस महामारी का खतरा टल सके। इसको लेकर अब सुखना लेक पर वैक्सीनेशन कैंप लगाया जा रहा है, जहां लोग बढ़ चढ़कर वैक्सीन लगवाने को लेकर आगे आ रहे हैं। आपको बता दें कि सुखना लेक एक टूरिज्म स्पॉट है, जहां रोजाना काफ़ी संख्या में टूरिस्ट पहुंचते हैं। इस कैंप में टूरिस्ट भी वैक्सीन लगवा रहे हैं। इसके अलावा जो सिक्योरिटी में पुलिस बल तैनात है वैक्सीन लगवा रहे हैं। लोगों ने इस पर स्वास्थ्य विभाग का आभार व्यक्त किया है, जिनका कहना था कि सुखना लेक पर उन्हें मात्र 10 मिनट रजिस्ट्रेशन से लेकर टीकाकरण भी हो जाता है और उन्हें मेडिसिन भी दी जा रही है। यह स्वास्थ्य विभाग की अच्छी पहल है। आज हमारा लेक पे कैंप लगाया गया है। ये फ्री कैंप है, वॉक इन कैंप है। कोई भी जो यहाँ वॉक करने आता है या जिन को न्यूज़ मिलती है, हमने न्यूज़पेपर्स में, हमने इंस्टाग्राम, व्हाट्सएप पे सबको बोला हुआ है कि यहाँ वॉक इन कैंप लग रहा है, जब मर्जी आ सकते हैं आप। तो ये सर सुबह 6 बजे से शुरू कर रहे हैं हम, ताकि जितने ज़्यादा से ज़्यादा लोग हम, क्योंकि सुबह मॉर्निंग वॉक के लिए लोग आते हैं, फिर शाम को वॉक्स के लिए लोग आते हैं, तो हमने इसके लिए ये कैंप रखा हुआ है। सर ये जो मर्जी लगवा सकते हैं, ऐसा कुछ नहीं है कि सिर्फ चंडीगढ़ के लिए। जो टूरिस्ट भी आ रहे हैं उनका हमें आधार कार्ड चाहिए होता है, एक फ़ोन नंबर चाहिए होता है, और हम उसके बाद उनको लगवा सकते हैं। सर उनके लिए हम उनसे ड्राइविंग लाइसेंस पूछते हैं या फिर पैन कार्ड हो उनके पास, कोई भी आईडी प्रूफ चाहिए होता है हमें, जिसका हमें ऊपर नंबर उसका चढ़ाना होता है। कि अगर आधार कार्ड नहीं है तो लोगों के पास फ़ोटो होती है उसकी फ़ोन में, या फिर ड्राइविंग लाइसेंस तो हर किसी नॉर्मल पर्सनैलिटी के पास होता है, क्योंकि वो ड्राइव करके आए होते हैं, या कोई भी उनके पास एक ना एक प्रूफ तो होता है, तो हम उस प्रूफ पर भी लगवा देते हैं उनको। सर पहली बात है, हमने ई रिक्शा रखे हुए हैं जो टोटली अनाउंसमेंट कर रहे हैं। ऊपर से हमने एक पर्सनैलिटी रखी हुई है जो कि जितना भी क्राउडेड एरिया है, जैसे वहाँ बोटिंग हो रही है तो उसके पास जाके वो अनाउंसमेंट करते हैं, उनको बताते हैं कि हमने कैंप लगाया हुआ है। जितने भी यहाँ पुलिस वर्कर्स हैं वो सबको बता रहे हैं, हमारे आपके वर्कर्स जो भी टेस्ट बाय हो रहे हैं उनको बता रहे हैं कि भाई वैक्सीन यहाँ लग रही है, आप लगवा सकते हैं। मैं बहुत खुश हूँ कि सुखना लेक पे ये आज वैक्सीन कैंप लगा है। सब कुछ बहुत साफ़ सुथरा था, तो और पूरा प्रोसेस काफ़ी जल्दी भी हो गया। तो मैं सबको मोटिवेट करना चाहूँगी कि सब वैक्सीन लगवाएं। सभी को वैक्सीनेशन करवानी चाहिए, और जैसे अच्छी जहाँ पे पब्लिक प्लेस है और यहाँ पे कैंप लगाया है, बहुत ही अच्छा किया है। यहाँ पे पब्लिक आती है, वॉक करती है, और मिनिमम 10 मिनट्स के अंदर ही आपको वैक्सीनेशन प्रॉपरली हो जाती है। आपको रेस्ट भी हो जाता है उसमें, और मेडिसिन भी मिलती है। इन केस अगर आपको फीवर आता है तो बहुत ही अच्छा प्रोग्राम है, और बिल्कुल लगानी चाहिए। देश हित के लिए ज़रूरी है, और अपने
फैमिली के लिए, अपने परिवारों के लिए बिल्कुल लगवानी चाहिए सर। यही नहीं, आम लोगों को वैक्सीन के प्रति जागरूक भी किया जा रहा है। यहाँ तैनात मेडिकल टीम लाउड स्पीकर के द्वारा अनाउंसमेंट कर लोगों को वैक्सीन के प्रति जागरूक कर रही है। चंडीगढ़ की ओर से आपको सूचित किया जाता है, लेक पर आज कोविड वैक्सीनेशन कैंप लगा है। अगर आप घूमने हैं तो जरूर घूमिए, परंतु घर जाने से पहले अपनी वैक्सीनेशन जरूर लगवाएं। कोविड का बचाव एक ही रास्ता है, वैक्सीनेशन। वैक्सीनेशन कैंप पुलिस पोस्ट के पास लगा है। वहीं आपको बता दें कि इससे पहले स्वास्थ्य विभाग की ओर से सभी अस्पतालों में इवनिंग वैक्सीन कैंप भी लगाए जा रहे हैं, जहां लोग सुबह ऑफिस के समय में नहीं आ पाते, वह शाम को ऑफिस के बाद टीकाकरण करवा सकते हैं। पंचकुला पुलिस के इकोनॉमिक सेल ने 75 लाख की ठगी करने वाले एक आरोपी को गिरफ्तार किया है। इस आरोपी ने एक व्यक्ति को 60 करोड़ का लोन दिलवाने की बात कही थी, लेकिन लोन नहीं दिलवाया और न ही लोन हो सका। इसके बाद शिकायत दर्ज हुई और पुलिस ने अपनी कार्रवाई करते हुए इस व्यक्ति को गिरफ्तार कर लिया। पंचकुला इकोनॉमिक सेल ने 75 लाख की ठगी मामले में एक आरोपी को गिरफ्तार किया है। एक व्यक्ति का 60 करोड़ रुपए का लोन करवाने के एवज में आरोपी ने 75 लाख रुपए लिए थे, लेकिन आरोपी ने शिकायतकर्ता का ना तो लोन करवाया और ना ही 75 लाख रुपए वापस दिए। इस मामले में पुलिस ने मामला दर्ज कर जांच पड़ताल के बाद आरोपी को गिरफ्तार कर लिया है। शिकायतकर्ता पंचकुला इकोनॉमिक सेल ने आरोपी अनिल भल्ला को गिरफ्तार किया है। जांच अधिकारी ने बताया कि आरोपी अनिल भल्ला फाइनेंस का काम करता है और शिकायतकर्ता से 60 करोड़ के लोन करवाने के एवज में 75 लाख रुपए एडवांस ले चुका है। पुलिस ने बताया कि आरोपी ने चंडीगढ़ के निवासी उम्मीद सिंह से पैसे लिए थे, लेकिन वापस नहीं मोड़े और न ही उनका लोन करवा कर दिया। पुलिस ने बताया कि आरोपी को कोर्ट में पेश कर रिमांड लिया जाएगा। पुलिस ने कहा कि पूछताछ में और कई मामलों का खुलासा हो सकता है। अनिल भल्ला को अरेस्ट करा, FIR नंबर 94 2021 का मैटर है ये। इसमें अनिल भल्ला को अरेस्ट करा मुकदमा नंबर में जी। इसमें किस तरह की धोखाधड़ी की गई? अनिल भल्ला ने फाइनेंस का काम करता है, ठीक है जी। इसने जो कंप्लेनर है उसको 60 करोड़ का लोन देना था, उसकी एवज में उससे 75 लाख रुपए एडवांस ले लिए, वो भी अकाउंट में अपने में। पैसे वापस दिए नहीं? पैसे वापस दिए नहीं इसने। कंप्लेनेंट कौन है, कहाँ का रहने वाला? कंप्लेनेंट उम्मीद सिंह है, चंडीगढ़ का रहने वाला। अभी आज क्या कोर्ट में पेश किया जाएगा? आज कोर्ट में पेश करेंगे इसको। रिमांड के लिए रिक्वायरमेंट वैसे इसमें। तो अनिल भल्ला का क्या पहले भी कोई रिकॉर्ड है ऐसा फ्रॉड का या कुछ? पहले भी अनिल भल्ला के खिलाफ काफ़ी मुकदमे दर्ज हैं, वैसे 138 के, और एक दो मुकदमे और क्रिमिनल के भी हैं। तो जो पैसे हैं 75 लाख वो भी रिकवरी कर ली जाएगी कि अभी उसमें जांच में भी आने? अभी रिकवरी नहीं हुई इसमें, रिकवरी पेंडिंग, उसके बारे में अभी कुछ क्लियर नहीं करा इसने, तो अभी इसमें गहनता से इन्वेस्टिगेशन करने की ज़रूरत है और भी, तो इसलिए इसके रिमांड की ज़रूरत है। उत्तर भारत में गर्मी का प्रकोप लगातार जारी है। कई जगहों पर तापमान 45 डिग्री के आसपास पहुंच चुका है, जहां मौसम विभाग ने कहा है कि आने वाले 2 दिनों में बारिश हो सकती है। वहीं पर डॉक्टर्स का कहना है कि बढ़ती हुई गर्मी को देखते हुए स्वास्थ्य की कई ऐसी समस्याएं हो सकती हैं जो हानिकारक हो सकती हैं, इसलिए स्वास्थ्य की खास ध्यान रखना भी गर्मी के मौसम में जरूरी है। उत्तर भारत समेत हरियाणा में गर्मी अपने चरम पर है। कई शहरों का तापमान 45 डिग्री तक पहुंच चुका है। बढ़ती गर्मी और उमस से लोगों को खासी परेशानियों का सामना करना पड़ रहा है। मौसम विभाग के मुताबिक मानसून के लिए अभी लोगों को 2 दिन का इंतजार करना पड़ सकता है। ऐसे में बढ़ती गर्मी और तपती लू से बचने के लिए डॉक्टर्स लोगों से अपील कर रहे हैं। डॉक्टर्स का कहना है कि गर्मी से बचने के साथ ही लोगों को स्वास्थ्य का भी ध्यान रखना आवश्यक है। इसमें सबसे जरूरी है खान पान। अगर लोगों का खान पान सही होगा तो वो गर्मी से काफ़ी हद तक अपना बचाव कर सकते हैं और अपने स्वास्थ्य को बेहतर बना सकते हैं। देखो, गर्मियाँ एक ऐसा मौसम है जिसमें टेम्परेचर हमारा 40 से ऊपर जाता है, तो ठंडा खाने को दिल करता है, ठंडी चीज़ें खाने को दिल करता है। वही जैसे सूप्स वगैरह हम लोग सर्दियों में एंजॉय करते हैं, गर्म हॉट फूड्स, वो गर्मियों में हम बिल्कुल नहीं ले सकते। तो गर्मियों में एक तो अपने खाने में अपने आप को पर्याप्त मात्रा में हमें फ्लूइड इंटेक लेना चाहिए। जैसे कहते हैं कीप योरसेल्फ वेल हाइड्रेटेड, और पसीना आता है तो हमारी बॉडी से फ्लूइड लॉस होता है। दूसरा, जो फ्लूइड्स में मैं कहूँगी कि नींबू पानी ले सकते हैं, शिकंजवी, लस्सी ले सकते हैं, एंड सत्तू का पानी है, कोकोनट वाटर है, जो भी ऐसी चीज़ें। बट एरिएटेड ड्रिंक्स वगैरह, कोल्ड ड्रिंक्स अवॉइड करने चाहिए।
एंड कोल्ड ड्रिंक्स जो मतलब हमारे बॉडी में फर्दर डिहाइड्रेट करते हैं हमें। एंड खाने में हम कहते हैं कि वैरायटी होनी चाहिए, आपके खाने में बैलेंस डाइट होना चाहिए, जिसमें जो भी सीजनल वेजिटेबल्स हैं उनका प्रयोग होना चाहिए। सैलड्स हम ले सकते हैं, सूप्स की जगह सैलड्स इंजॉय करते हैं। एंड जैसे अपने खाने में वो वाला भोजन हमें लेना चाहिए जिसमें सारे फूड ग्रुप्स आ जाए, जैसे कि अनाज में साबुत अनाज, दालें एंड सब्जियां, फ्रूट्स एंड दूध वगैरह ले सकते हैं। बट कई बार दूध से किसी को प्रॉब्लम हो सकती है तो वो दही या लस्सी ले सकते हैं, बिकॉज दूध से बनी चीज़ों में प्रोटीन एंड कैल्शियम बहुत ज़्यादा होता है। एंड घी की मात्रा या तले हुए पदार्थ अवॉइड करने चाहिए, बिकॉज एक तो वो डाइजेशन को स्लो कर देते हैं और हैवीनेस, ब्लोटिंग वगैरह होने का डर रहता है। तो ये सारी चीज़ें हमें अवॉइड करनी चाहिए। एंड बैलेंस डाइट विच कंटेन ऑल द फूड ग्रुप्स एंड फ्लूइड इनटेक शुड बी एनफ। चंडीगढ़ पीजीआई की डाइटिशियन डॉक्टर सुनीता मल्होत्रा से बातचीत में उन्होंने तेज गर्मी में उपाय बताते हुए कहा कि इस समय लोगों को खान पान का खास ध्यान रखना चाहिए। उन्होंने कहा कि गर्मी के मौसम में शरीर का पानी पसीने के जरिए बाहर निकलता है, इससे व्यक्ति को डिहाइड्रेशन होने का खतरा बन जाता है। डिहाइड्रेशन से बचने के लिए ज़रूरी है कि लोग थोड़े थोड़े समय के अंतराल पर तरल पदार्थ पीते रहें, जैसे नॉर्मली पानी, नींबू पानी, लस्सी, सत्तू का शरबत आदि। इनसे शरीर डिहाइड्रेशन होने से बचा रहता है। देखो, बैलेंस डाइट में होता है कि हर हमारे खाने में हर तरह का फूड ग्रुप आता है एंड इन रिक्वायर्ड क्वांटिटी में होना चाहिए। तो अगर हम बैलेंस डाइट खाते हैं तो नेचुरली हम अपने आप को जो आजकल लाइफस्टाइल डिजीज़ या क्रोनिक डिजीज़ हैं उनसे बचा के रखते हैं। अगर हमारे खाने में शुगर की मात्रा या शुगर स्वीटन बेवरेजेस जैसे कोक्स हैं या जूसेस हैं उनकी मात्रा ज़्यादा होएगी तो हमें डायबिटीज़ होने का डर रहेगा। अगर हमारे खाने में तली हुई चीज़ें ज़्यादा है, फैटी फूड ज़्यादा हैं, तो नेचुरली हार्ट डिजीज़ होने का डर है। एंड अगर हम नमक की मात्रा ज़्यादा ले रहे हैं, चाहे वो फ्राइड फूड से आ रहा है, चाहे वो जंक फूड से आ रहा है, तो उससे बीपी रेज होने का डर है। सो ये सारी चीज़ें जो ज़्यादा घी, ज़्यादा नमक, ज़्यादा चीनी, इन चीज़ों से हमें अपने आप को बचाना है, सो दैट हमें आगे जाके शुगर की बीमारी, हार्ट की बीमारी या ब्लड प्रेशर की बीमारी ना हो सके। देखो, वैसे ही इंडोर रहना तो बहुत अच्छा है, अगर आप अवॉइड कर सकते हो धूप में जाना तो वन शुड अवॉइड। एंड उसके साथ आपने जैसे मैंने पहले बताया कि पानी की मात्रा ज़्यादा होनी चाहिए। पानी अगर आप सिंपल फॉर्म में ले सकते हो बहुत अच्छा है। अगर आप सिंपली पानी, कई लोग नहीं पानी पीना पसंद करते, तो किसी भी फॉर्म में जैसे नींबू पानी या कोकोनट वाटर, जूस वगैरह अवॉइड करने चाहिए। ठीक है, तली हुई चीज़ें नहीं लेनी चाहिए, जंक फूड नहीं लेना चाहिए। ये सारी चीज़ें अगर आप अवॉइड करोगे अपने खाने में, जैसे गर्मी में ठंडी चीज़ें खाने का मन करता है तो सैलड्स वगैरह बहुत अच्छी लगती हैं। सैलड में आप होल मील सैलड बना सकते हो, उसमें कॉर्न डाल दिया, डिफरेंट टाइप्स ऑफ वेजिटेबल्स डाल दी, एंड टोमेटोज, बीन्स, देन पनीर के छोटे पीसेस डाल के, सो दैट एक तरह से आपके खाने में सारे, जैसे मैंने बताया कि फूड ग्रुप्स भी आ जाए एंड आपको खाना, ठंडा खाना भी अच्छा लगे। ये थी शहर में घटी हुई कुछ घटनाएं जो हमने आपको बताने का प्रयास किया है। ऐसे ही घटनाओं को, जो आपके शहर की खबरें हैं, जो आपकी शहर की हलचल हैं, बताने का हमारा लगातार प्रयास जारी है और इसी सिलसिले को आगे फिर से बढ़ाएंगे। तब तक आप हमारे साथ जुड़े रहिए और देखते रहिए रोशन भव सिटी हलचल। और हाँ, अपने शहर की हर गतिविधियाँ, हर हलचल को जानने के लिए हमारा चैनल, यूट्यूब चैनल रोशन भव सब्सक्राइब कीजिएगा। नमस्कार।